ਡਾਕਟਰ ਸਰੂਪ ਸਿੰਘ ਮਰਵਾਰ ਦੀ ਪੁਸਤਕ ਚਿੰਤਾ ਰੋਗ ਪਾ ਦਾ ਲੇਖ ਹੈ। ਆਨੰਦਮਈ ਜੀਵਨ ਦੇ ਢੰਗ। ਜੇ ਕੋਈ ਮਨੁੱਖ ਪ੍ਰਸੰਨ ਨਹੀਂ ਤਾਂ ਇਸ 'ਚ ਉਹਦਾ ਹੀ ਦੋਸ਼ ਹੈ, ਕਿਉਂਕਿ ਪਰਮਾਤਮਾ ਨੇ ਸਭ ਮਨੁੱਖਾਂ ਨੂੰ ਖੁਸ਼ ਰਹਿਣ ਲਈ ਹੀ ਬਣਾਇਆ ਹੈ। Epictetus, simplicity of character is the natural result of profound thought। ਮਨੋ ਸ਼ਾਂਤੀ ਲਈ ਇਹ ਜ਼ਰੂਰੀ ਹੈ ਕਿ ਸਾਡੇ ਹਰ ਰੋਜ਼ ਦੇ ਕਾਰ ਵਿਹਾਰ ਦਾ ਢੰਗ ਠੀਕ ਹੋਵੇ। ਗਲਤ ਢੰਗ ਦੀ ਵਰਤੋਂ ਨਾਲ ਬਹੁਤ ਸਾਰੇ ਲੋਕਾਂ ਨੂੰ ਮਨੋ ਅਸ਼ਾਂਤੀ, ਤਰੰਗੀ ਅਸਥਿਰਤਾ ਰਹਿੰਦੀ ਹੈ। ਇਸ ਲਈ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਕਿਹੜੇ ਢੰਗ ਨਾਲ ਆਪਣਾ ਹਰ ਰੋਜ਼ ਦਾ ਕਾਰ ਵਿਹਾਰ ਕਰਨਾ ਹੈ। ਪ੍ਰਸੰਨ ਜੀਵਨ ਬਤੀਤ ਕਰਨ ਦੇ ਕੁਝ ਕੁ ਢੰਗ ਇਹ ਹੈ। ਜੀਵਨ ਸਾਦਾ ਰੱਖੋ। ਦੁਨੀਆ ਦੀਆਂ ਵੱਡੀਆਂ ਸੱਚਾਈਆਂ ਨਿਰੋਲ ਸਿੱਧੀਆਂ ਸਾਦੀਆਂ ਹੁੰਦੀਆਂ। ਇਸੇ ਤਰ੍ਹਾਂ ਹੀ ਦੁਨੀਆ ਦੇ ਮਹਾਨ ਪੁਰਸ਼ ਵੀ ਨਿਰੋਲ ਸਧਾਰਨ ਹੁੰਦੇ ਹੈ। ਹਾਰੇ ਅਨੁਸਾਰ ਸਾਦਗੀ ਜਿਹਾ ਨਹੀਂ ਗਹਿਣਾ ਕੋਈ, ਸਾਦਗੀ 'ਚ ਦਨਾਈ ਹੈ। ਲਿਨ ਯੂ ਤੋਂਗ। ਸਾਦਾ ਆਚਰਨ ਬੜੀ ਗੂੜ ਸਿਆਣਪ ਦਾ ਕੁਦਰਤੀ ਨਤੀਜਾ ਹੈ। ਹੈਜ਼ਲੇਟ। ਆਪਣਾ ਜੀਵਨ ਸਾਦਾ ਰੱਖੋ। ਸਾਦਗੀ 'ਚ ਮਨੋ ਸ਼ਾਂਤੀ ਹੈ। ਆਪਣੇ ਇਰਦ ਗਿਰਦ ਦੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਤੋਂ ਖੁਸ਼ੀ ਪ੍ਰਾਪਤ ਕਰੋ। ਮਾਨਸਿਕ ਖਿਚਾਓ ਬਹੁਤ ਘੱਟ ਹੁੰਦਾ ਹੈ, ਇਸ ਲਈ ਉਹ ਚਿੰਤਾ ਰੋਗ ਤੋਂ ਬਚਿਆ ਰਹਿੰਦਾ ਹੈ। ਇੱਕ ਮਾਂ ਵੱਲੋਂ ਆਪਣੇ ਪੁੱਤਰ ਵੱਲ ਹੇਠ ਲਿਖੀ ਚਿੱਠੀ ਰੀਡਰਜ਼ ਡਾਈਜੈਸਟ ਵਿੱਚ ਇੰਨੀ ਵਾਰੀ ਛਪੀ, ਇਹਦੇ ਅਸਲ ਲੇਖਕ ਦੇ ਨਾਂ ਦਾ ਹੁਣ ਪਤਾ ਹੀ ਨਹੀਂ ਮਿਲਦਾ। ਉਸ ਚਿੱਠੀ ਦਾ ਕੁਝ ਹਿੱਸਾ ਇਹ ਹੈ। ਜੇ ਤੂੰ ਖੁਸ਼ੀ ਪ੍ਰਾਪਤ ਕਰਨੀ ਚਾਹੁੰਦਾ ਹੈ ਤਾਂ ਤਸਵੀਰਾਂ ਬਣਾ, ਆਪਣੇ ਬਗੀਚੇ ਦੀ ਗੋਡੀ ਕਰ, ਆਪਣਾ ਸਾਈਕਲ, ਮੋਟਰ ਜਾਂ ਘਰ ਦਾ ਫਰਸ਼ ਸਾਫ਼ ਕਰ, ਘਰ ਦੀਆਂ ਟੁੱਟੀਆਂ ਭੱਜੀਆਂ ਚੀਜ਼ਾਂ ਦੀ ਮੁਰੰਮਤ ਕਰ, ਖਾਣਾ ਬਣਾਉਣਾ ਸਿੱਖ, ਦਰਿਆ 'ਤੇ ਜਾ, ਮੱਛੀਆਂ ਫੜ, ਸ਼ਿਕਾਰ ਨੂੰ ਜਾ, ਹਸਪਤਾਲ ਜਾ ਕੇ ਬਿਮਾਰਾਂ ਦੀ ਦੇਖਭਾਲ ਕਰ, ਰੈੱਡ ਕਰਾਸ ਦੀ ਸਹਾਇਤਾ ਕਰ, ਯਤੀਮ ਬੱਚਿਆਂ ਦੀ ਪਾਲਣਾ ਕਰ। ਖੁਸ਼ੀ ਪ੍ਰਾਪਤ ਕਰਨ ਦੇ ਬੜੇ ਸਧਾਰਨ ਤੇ ਸਸਤੇ ਸਾਧਨ ਹੈ। ਤੇਰੇ ਆਂਢੀਆਂ ਗੁਆਂਢੀਆਂ ਤੇ ਹੋਰ ਲੋਕਾਂ ਦਾ ਇਹ ਕੋਈ ਫਰਜ਼ ਨਹੀਂ ਕਿ ਉਹ ਤੇਰੀ ਖੁਸ਼ੀ ਲਈ ਤੈਨੂੰ ਸਹੂਲਤਾਂ ਪੈਦਾ ਕਰਕੇ ਦੇਣ। ਇਹ ਤਾਂ ਤੇਰਾ ਫਰਜ਼ ਹੈ ਕਿ ਤੂੰ ਆਪ ਵੀ ਖੁਸ਼ ਰਹਿ ਤੇ ਦੂਜਿਆਂ ਨੂੰ ਵੀ ਖੁਸ਼ ਰੱਖ। ਦੂਸਰਾ, ਹਰ ਵੇਲੇ ਢਿੱਡ ਨੂੰ ਹੀ ਟੋਂਦੇ ਨਾ ਰਹੋ। ਕਈ ਲੋਕਾਂ ਦੀ ਭੈੜੀ ਆਦਤ ਹੈ, ਆਪਣੇ ਸਰੀਰ 'ਚ ਕੋਈ ਨਾ ਕੋਈ ਨੁਕਸ ਲੱਭਦੇ ਹੀ ਰਹਿੰਦੇ ਹੈ। ਉਹ ਸਮਝਦੇ ਆ ਉਹਨਾਂ ਅੰਦਰ ਕਿਤੇ ਨਾ ਕਿਤੇ ਜ਼ਰੂਰ ਕੋਈ ਨੁਕਸ ਹੈ। ਅਜਿਹੇ ਮਨੁੱਖਾਂ ਦਾ ਜੀਵਨ ਬੜਾ ਹੀ ਦੁਖਦਾਈ ਹੁੰਦਾ ਹੈ। ਉਹਨਾਂ ਦੀ ਸਿਹਤ ਕਦੀ ਵੀ ਠੀਕ ਨਹੀਂ ਰਹਿੰਦੀ। ਕਈ ਮਨੁੱਖ ਸਵੇਰ ਸਾਰ ਉੱਠਦੇ ਹੀ ਆਪਣੇ ਸਰੀਰ ਦੇ ਹਰ ਅੰਗ ਨੂੰ ਟੋਹਣਾ ਸ਼ੁਰੂ ਕਰ ਦਿੰਦੇ ਆ। ਉਹ ਇਹ ਭਾਲ ਕਰਦੇ ਆ ਕਿ ਅੱਜ ਉਹਨਾਂ ਦਾ ਸਰੀਰ ਕਿੱਥੋਂ ਵਿਗੜਿਆ ਹੈ। ਹਰ ਮਨੁੱਖ ਨੂੰ ਸਰੀਰ ਦੇ ਕਿਸੇ ਨਾ ਕਿਸੇ ਹਿੱਸੇ 'ਚ ਹਰ ਵੇਲੇ ਕੋਈ ਨਾ ਕੋਈ ਮਾੜੀ ਮੋਟੀ ਤਕਲੀਫ ਜ਼ਰੂਰ ਰਹਿੰਦੀ ਹੈ, ਪਰ ਅਸੀਂ ਉਸ ਵੱਲ ਧਿਆਨ ਨਹੀਂ ਦਿੰਦੇ ਤੇ ਇਸ ਲਈ ਉਹਨੂੰ ਅਨੁਭਵ ਵੀ ਨਹੀਂ ਕਰਦੇ। ਚੀਨ ਦੇ ਪ੍ਰਸਿੱਧ ਫਿਲਾਸਫਰ ਲਿਨ ਯੂ ਟੋਂਗ ਦਾ ਇਹ ਕਥਨ ਹਰ ਇੱਕ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ। ਜੇ ਛੋਟੀ ਜਿਹੀ ਤਕਲੀਫ ਵੱਲ ਧਿਆਨ ਨਾ ਦੇਈਏ ਤਾਂ ਆਪਣੇ ਆਪ ਖਤਮ ਹੋ ਜਾਂਦੀ ਹੈ, ਤੇ ਜੇ ਕਿਸੇ ਵੱਡੀ ਤਕਲੀਫ ਵੱਲ ਧਿਆਨ ਨਾ ਦਿੱਤਾ ਜਾਏ ਤਾਂ ਉਹ ਘਟ ਕੇ ਨਿੱਕੀ ਜਿਹੀ ਰਹਿ ਜਾਂਦੀ ਹੈ। ਚਿੰਤਾਵਾਨ ਮਾਮੂਲੀ ਜਿਹੀ ਤਕਲੀਫ ਵੱਲ ਧਿਆਨ ਦੇ ਕੇ ਤੇ ਉਸ ਨੂੰ ਬਾਰ-ਬਾਰ ਆਪਣੇ ਮਨ 'ਚ ਦੁਹਰਾ ਕੇ ਰਾਈ ਜਿੰਨੀ ਤਕਲੀਫ ਨੂੰ ਪਹਾੜ ਜਿੱਡਾ ਬਣਾ ਲੈਂਦਾ ਹੈ। ਜੇ ਛਾਤੀ ਦੇ ਖੱਬੇ ਪਾਸੇ ਜ਼ਰਾ ਦਰਦ ਹੋਈ ਤਾਂ ਉਹਨੂੰ ਦਿਲ ਦੀ ਬਿਮਾਰੀ ਸਮਝ ਲੈਂਦਾ ਹੈ। ਜੇ ਢਿੱਡ ਪੀੜ ਹੋਈ ਤਾਂ ਪੇਟ 'ਚ ਜ਼ਖਮ, ਜੇ ਸਿਰ 'ਚ ਪੀੜ ਹੋਈ ਤਾਂ ਦਿਮਾਗ 'ਚ ਰਸੌਲੀ। ਇਹ ਤਿੰਨੇ ਬਿਮਾਰੀਆਂ ਬਹੁਤ ਖਤਰਨਾਕ ਹੈ। ਇਸ ਲਈ ਚਿੰਤਾਵਾਨ ਦੇ ਮਨ 'ਚ ਇੱਕ ਬੜਾ ਭਿਆਨਕ ਡਰ ਪੈ ਜਾਂਦਾ ਹੈ। ਇਹਦੇ ਕਾਰਨ ਉਹ ਚਿੰਤਾ ਰੋਗ ਦਾ ਸ਼ਿਕਾਰ ਹੋ ਕੇ ਮੰਜੇ 'ਤੇ ਪੈ ਜਾਂਦਾ ਹੈ। ਅਸੀਂ ਵੇਖਿਆ, ਜੇ ਕਿਸੇ ਡਾਕਟਰ ਦਾ ਬੱਚਾ ਬਿਮਾਰ ਹੋ ਜਾਏ, ਉਹ ਇੱਕ ਆਮ ਆਦਮੀ ਨਾਲੋਂ ਬਹੁਤ ਜ਼ਿਆਦਾ ਡਰਦਾ ਤੇ ਘਬਰਾਉਂਦਾ ਹੈ। ਜੇ ਉਹਦੇ ਬੱਚੇ ਨੂੰ ਖੰਘ ਲੱਗਿਆਂ 6 ਦਿਨ ਤੋਂ ਵੱਧ ਹੋ ਜਾਏ, ਉਹ ਸਮਝਦਾ ਹੈ ਕਿ ਇਹਨੂੰ ਤਪਦਿਕ ਹੋ ਗਿਆ। ਜੇ ਬੱਚੇ ਨੂੰ ਬੁਖਾਰ ਹੋਵੇ, ਨਾਲ ਹੀ ਗਲਾ ਖਰਾਬ ਹੋਵੇ, ਉਹ ਸਮਝਦਾ ਉਹਨੂੰ ਖੁਨਾਕ ਹੋ ਗਿਆ। ਜੇ ਬੁਖਾਰ ਚੜਿਆ 5 ਦਿਨਾਂ ਤੋਂ ਵੱਧ ਹੋ ਜਾਏ, ਮਨਿਆਦੀ ਬੁਖਾਰ ਸਮਝਦਾ। ਤੇ ਜੇ 2-4 ਵਾਰੀ ਪੇਟ ਦਰਦ ਹੋ ਜਾਏ ਤਾਂ ਉਹਨੂੰ ਐਪੈਂਡਿਸਾਈਟਿਸ ਦਾ ਖਿਆਲ ਆਉਂਦਾ ਹੈ। ਫਰਜ਼ ਕਰੋ ਇੱਕ ਆਦਮੀ ਦੇ ਗਲੇ 'ਚ ਬਿਲਕੁਲ ਮਾਮੂਲੀ ਜਿਹੀ ਕੋਈ ਤਕਲੀਫ ਹੈ। ਉਹ 1 ਘੰਟਾ ਆਪਣਾ ਧਿਆਨ ਗਲੇ ਵੱਲ ਪੂਰੀ ਤਰ੍ਹਾਂ ਦੇਵੇ। ਜਿਹੜੀ ਝੰਝਨਾਹਟ ਗਲੇ 'ਚੋਂ ਨਿਕਲ ਰਹੀ ਹੈ ਉਹਨੂੰ ਚੰਗੀ ਤਰ੍ਹਾਂ ਅਨੁਭਵ ਕਰੇ। 1 ਘੰਟੇ ਮਗਰੋਂ ਮਹਿਸੂਸ ਕਰੇਗਾ ਉਹਦੇ ਗਲੇ 'ਚ ਬੜੀ ਸੋਜ ਹੋ ਗਈ ਹੈ, ਗਲਾ ਬੰਦ ਹੋ ਰਿਹਾ ਹੈ। ਇਹ ਸਭ ਕੁਝ ਮਾੜੀ ਜਿਹੀ ਤਕਲੀਫ ਵੱਲ ਧਿਆਨ ਦੇਣ ਦਾ ਨਤੀਜਾ ਹੈ। ਮਨੁੱਖ ਨੂੰ ਡਰ, ਫਿਕਰ, ਗਮ ਆਦਿ ਦੇ ਕਾਰਨ ਕਈ ਤਕਲੀਫਾਂ ਹੋ ਸਕਦੀਆਂ, ਪਰ ਜੇ ਉਹ ਇਹਨਾਂ ਵੱਲ ਧਿਆਨ ਨਾ ਦੇ ਤੇ ਆਪਣੇ ਮਨ ਨੂੰ ਕਿਸੇ ਚੰਗੇ ਪਾਸੇ ਵੱਲ ਜਾਂ ਕੰਮਕਾਰ ਵੱਲ ਲਾਈ ਰੱਖੇ ਤਾਂ ਅਜਿਹੀਆਂ ਤਕਲੀਫਾਂ ਆਪਣੇ ਆਪ ਹੀ ਦੂਰ ਹੋ ਜਾਂਦੀਆਂ। ਜਦੋਂ ਮਨੁੱਖ ਇਹਨਾਂ ਤਕਲੀਫਾਂ ਨੂੰ ਅਨੁਭਵ ਕਰਨ ਪਿੱਛੋਂ ਘਬਰਾ ਜਾਂਦਾ ਹੈ, ਉਹਨਾਂ ਵੱਲ ਬਹੁਤ ਹੀ ਧਿਆਨ ਦੇਣਾ ਸ਼ੁਰੂ ਕਰ ਦਿੰਦਾ ਹੈ, ਫਿਰ ਉਹ ਚਿੰਤਾ ਰੋਗ ਦਾ ਸ਼ਿਕਾਰ ਹੋ ਜਾਂਦਾ ਹੈ।
ਮਿਸਟਰ ਪੀ ਇੱਕ ਫਰਮ ਦਾ ਮੈਨੇਜਰ ਸੀ। ਬਹੁਤ ਜ਼ਿੰਮੇਵਾਰੀਆਂ ਦੇ ਕਾਰਨ ਉਹਨੂੰ ਸਦਾ ਕੋਈ ਨਾ ਕੋਈ ਚਿੰਤਾ ਲੱਗੀ ਰਹਿੰਦੀ ਸੀ। ਕਈ ਵਾਰੀ ਕੰਮ ਕਰਦਿਆਂ ਉਹਨੂੰ ਛਾਤੀ 'ਤੇ ਭਾਰ, ਸਰੀਰ 'ਚ ਖਿਚਾਓ ਮਾਲੂਮ ਹੁੰਦਾ ਸੀ, ਪਰ ਇਹਦੀ ਉਹ ਕਦੀ ਪਰਵਾਹ ਨਹੀਂ ਕਰਦਾ, ਆਪਣੇ ਕੰਮ 'ਚ ਜੁਟਿਆ ਰਹਿੰਦਾ। ਇੱਕ ਵਾਰੀ ਜਦੋਂ ਸਰਸਰੀ ਤੌਰ 'ਤੇ ਆਪਣੇ ਡਾਕਟਰ ਕੋਲੋਂ ਸਰੀਰ ਦਾ ਮੁਆਇਨਾ ਕਰਵਾ ਰਿਹਾ ਸੀ ਤਾਂ ਉਹਨੇ ਡਾਕਟਰ ਅੱਗੇ ਛਾਤੀ 'ਤੇ ਭਾਰ ਰਹਿਣ ਦਾ ਜ਼ਿਕਰ ਕੀਤਾ। ਡਾਕਟਰ ਨੇ ਅੱਗੋਂ ਸਰਸਰੀ ਤੌਰ 'ਤੇ ਆਖਤਾ ਕਿ ਛਾਤੀ 'ਤੇ ਭਾਰ ਰਹਿਣਾ ਦਿਲ ਦੀ ਬਿਮਾਰੀ ਦੇ ਸ਼ੁਰੂ ਹੋਣ ਦੀ ਪਹਿਲੀ ਨਿਸ਼ਾਨੀ ਹੈ। ਡਾਕਟਰ ਦੇ ਦੱਸਣ 'ਤੇ ਉਹਨੂੰ ਦਿਲ ਦੀ ਬਿਮਾਰੀ ਦਾ ਪੱਕਾ ਵਹਿਮ ਹੋ ਗਿਆ। ਇਹਦਾ ਨਤੀਜਾ ਇਹ ਨਿਕਲਿਆ ਕਿ ਉਹਨੂੰ ਮਾੜੀ ਜਿਹੀ ਤਕਲੀਫ ਬਹੁਤ ਵਧੇਰੇ ਅਨੁਭਵ ਹੋਣ ਲੱਗ ਪਈ। ਇਸ ਪਿੱਛੋਂ ਉਹਦੇ ਦਿਲ ਦੇ ਕਈ ਐਕਸਰੇ ਲਏ ਗਏ, ਹੋਰ ਵੀ ਕਈ ਪ੍ਰਕਾਰ ਦੇ ਟੈਸਟ ਕੀਤੇ ਗਏ, ਪਰ ਇਹਨਾਂ ਸਾਰਿਆਂ 'ਚੋਂ ਕੋਈ ਨੁਕਸ ਨਾ ਨਿਕਲਿਆ। ਉਹਨੂੰ ਯਕੀਨ ਨਹੀਂ ਸੀ ਆਉਂਦਾ ਕਿ ਉਹਦਾ ਦਿਲ ਠੀਕ ਹੈ, ਇਸ ਲਈ ਉਹਦੀ ਤਕਲੀਫ ਵੱਧਦੀ ਗਈ। ਆਖਰਕਾਰ ਉਹਨੂੰ ਇੱਕ ਮਨੋਵਿਗਿਆਨੀ ਪਾਸ ਇਲਾਜ ਵਾਸਤੇ ਭੇਜਿਆ ਗਿਆ ਤੇ ਕੁਝ ਸਮੇਂ ਪਿੱਛੋਂ ਬਿਲਕੁਲ ਰਾਜ਼ੀ ਹੋ ਗਿਆ। ਹੁਣ ਅਸੀਂ ਪਿੱਛੇ ਦੱਸ ਆਏ ਹਾਂ ਕਿ ਕਿਸ ਤਰ੍ਹਾਂ ਡਰ ਨਾਲ ਮਨੁੱਖ ਨੂੰ ਚਿੰਤਾ ਰੋਗ ਲੱਗ ਜਾਂਦੇ ਆ। ਮਿਸਟਰ ਪੀ ਦੀ ਬਿਮਾਰੀ ਦਾ ਕਾਰਨ ਵੀ ਡਰ ਹੀ ਸੀ, ਦਿਲ ਦੀ ਬਿਮਾਰੀ ਦਾ ਡਰ। ਇਸ ਦੇ ਦੂਰ ਹੋਣ ਪਿੱਛੋਂ ਆਪਣੇ ਆਪ ਹੀ ਠੀਕ ਹੋ ਗਿਆ। ਕੇਵਲ ਡਾਕਟਰ ਸਾਹਿਬ ਲਈ ਕਈ ਵਾਰੀ ਡਾਕਟਰ ਕਾਹਲੀ 'ਚ ਮਰੀਜ਼ ਨੂੰ ਦਿਲ ਦੀ ਬਿਮਾਰੀ ਦਾ ਸ਼ੱਕ ਪਾ ਉਹਨਾਂ ਨੂੰ ਚਾਹੀਦਾ ਹੈ ਕਿ ਕਿਸੇ ਨੂੰ ਦਿਲ ਜਾਂ ਬਲੱਡ ਪ੍ਰੈਸ਼ਰ ਦੀ ਬਿਮਾਰੀ ਦੱਸਣ ਤੋਂ ਪਹਿਲਾਂ ਉਹ ਆਪਣੀ ਪੂਰੀ ਤਸੱਲੀ ਕਰ ਲੈਣ ਕਿ ਮਰੀਜ਼ ਨੂੰ ਠੀਕ ਹੀ ਦਿਲ ਜਾਂ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੈ। ਕੰਮ ਨਾਲ ਪਿਆਰ ਕਰੋ। ਆਦਮੀ ਲਈ ਕੰਮ ਕਰਨਾ ਇੰਨਾ ਹੀ ਜ਼ਰੂਰੀ ਹੈ ਜਿੰਨਾ ਖਾਣਾ, ਪੀਣਾ ਤੇ ਸੌਣਾ। Work is as much a necessity to man as is eating and sleep. ਕੰਮ ਕਰਨਾ ਕੇਵਲ ਰੁਪਇਆ ਪੈਸਾ ਕਮਾਉਣ ਲਈ ਹੀ ਜ਼ਰੂਰੀ ਨਹੀਂ, ਇਹ ਮਨੁੱਖ ਦੀ ਖੁਸ਼ੀ ਤੇ ਸਿਹਤ ਲਈ ਵੀ ਬਹੁਤ ਜ਼ਰੂਰੀ ਹੈ। ਜਾਰਜ ਡਬਲਿਊ ਸਮਿਥ। ਜਦ ਕੋਈ ਮਨੁੱਖ ਦਿਲ ਲਾ ਕੇ ਆਪਣਾ ਕੰਮ ਕਰਦਾ ਹੈ ਤਾਂ ਉਹ ਪ੍ਰਸੰਨ ਤੇ ਨਿਸ਼ਚਿੰਤ ਹੋ। ਕੰਮ ਕਰਨਾ ਇੱਕ ਅਜਿਹਾ ਕੰਮ ਹੈ ਜਿਹੜਾ ਆਪਣਾ ਸਿਲਾ ਤੇ ਬਦਲਾ ਆਪ ਹੀ ਹੈ। ਲੈਨ ਯੂ ਟੰਗ, ਵਰਕ ਇਟਸੈਲਫ ਇਜ਼ ਅ ਰਿਵਾਰਡ। ਮਿਹਨਤ ਸਰੀਰ ਨੂੰ ਅਰੋਗ, ਮਨ ਨੂੰ ਸਾਫ਼, ਦਿਲ ਨੂੰ ਖੁਸ਼ਹਾਲ ਤੇ ਪਰਸ ਨੂੰ ਰੁਪਈਆਂ ਨਾਲ ਭਰ ਰੱਖ। ਕੰਮ 3 ਵੱਡੀਆਂ ਬਦੀਆਂ ਨੂੰ ਦੂਰ ਕਰ, ਐਬ, ਗਰੀਬੀ ਤੇ ਅਕੇਵਾਂ। ਆਮ ਲੋਕਾਂ ਦਾ ਖਿਆਲ ਹੈ ਕਿ ਵਿਹਲੜ ਆਦਮੀ ਬੜਾ ਖੁਸ਼ ਤੇ ਸੁਖੀ ਹੁੰਦਾ ਹੈ, ਪਰ ਇਹ ਗੱਲ ਠੀਕ ਨਹੀਂ। ਪ੍ਰਸਿੱਧ ਅੰਗਰੇਜ਼ ਲੇਖਕ ਸੈਮੂਅਲ ਸਮਾਈਲਸ ਦਾ ਕਥਨ ਹੈ, ਵਿਹਲੇ ਰਹਿਣਾ ਇੱਕ ਬੜੀ ਵੱਡੀ ਲਾਹਨਤ ਹੈ। ਵਿਹਲੜ ਤੇ ਆਵਾਰਾ ਆਦਮੀ ਨੂੰ ਅਸਲ ਖੁਸ਼ੀ ਕਦੀ ਵੀ ਨਸੀਬ ਨਹੀਂ ਹੁੰਦੀ। ਜਿੰਨਾ ਹੀ ਕੋ ਆਵਾਰਾ ਆਦਮੀ ਅਸੀਂ ਜਾਣਦੇ ਹਾਂ ਉਹਨਾਂ 'ਚੋਂ ਇੱਕ ਵੀ ਸੁਖੀ ਨਹੀਂ ਹੈ। ਹਾਂ, ਇਹ ਗੱਲ ਵੱਖਰੀ ਹੈ ਕਿ ਉਹ ਲੋਕ ਜਿਹੜੇ ਹੱਥੀਂ ਕੰਮ ਕਰਕੇ ਆਪਣਾ ਤੇ ਆਪਣੇ ਟੱਬਰ ਦਾ ਪੇਟ ਪਾਲਦੇ ਉਹਨਾਂ ਨੂੰ ਵਿਹਲੜ ਆਦਮੀ ਬੜੇ ਸੁਖੀ ਜਾਪਦੇ। ਉੱਕਾ ਹੀ ਕੰਮ ਨਾ ਕਰਨਾ ਆਰਾਮ ਨਹੀਂ ਹੁੰਦਾ। ਸਖਣਾ ਮਨ ਤਾਂ ਦਰਅਸਲ ਇੱਕ ਦੁਖੀ ਮਨ ਹੁੰਦਾ। Absence of occupation is not rest. A mind quite vacant is a mind distressed. ਇੱਕ ਚੰਗਾ ਆਦਮੀ ਪੂਰੀ ਤਰ੍ਹਾਂ ਰੁੱਝਾ ਤੇ ਕਾਰੇ ਲੱਗਾ ਰਹਿੰਦਾ। ਹਰ ਆਦਮੀ ਨੂੰ ਖੁਸ਼ੀ ਨਾਲ ਤੇ ਹੱਸਦੇ ਹੱਸਦੇ ਕੰਮ ਕਰਨ ਦੀ ਆਦਤ ਪਾਉਣੀ ਚਾਹੀਦੀ। ਕਈ ਆਦਮੀ ਆਖਦੇ ਆ ਕਿ ਉਹਨਾਂ ਨੂੰ ਫਲਾਣਾ ਕੰਮ ਪਸੰਦ ਹੈ। ਜਿਹੜਾ ਆਦਮੀ ਇਹ ਆਖਦਾ ਅਸਲ 'ਚ ਉਹਨੂੰ ਕੋਈ ਕੰਮ ਵੀ ਪਸੰਦ ਨਹੀਂ ਆਉਂਦਾ। ਉਹ ਕਿਸੇ ਕੰਮ ਨੂੰ ਵੀ ਖੁਸ਼ੀ ਨਾਲ ਤੇ ਦਿਲ ਲਾ ਕੇ ਨਹੀਂ ਕਰਦਾ। ਅਜਿਹੇ ਆਦਮੀ ਦੇ ਕੰਮ ਨਾ ਕਰਨ ਦਾ ਕਾਰਨ ਇਹ ਹੁੰਦਾ ਹੈ ਕਿ ਉਹ ਕਿਸੇ ਕੰਮ ਨੂੰ ਕਰਨਾ ਹੀ ਨਹੀਂ ਚਾਹੁੰਦਾ ਤੇ ਇਸ ਲਈ ਉਹ ਕੰਮ ਤੋਂ ਬਚਣ ਵਾਸਤੇ ਕੋਈ ਨਾ ਕੋਈ ਬਹਾਨਾ ਬਣਾਉਂਦਾ ਰਹਿੰਦਾ। ਮਨੋਵਿਗਿਆਨੀਆਂ ਨੇ ਇਹ ਗੱਲ ਪੂਰੀ ਤਰ੍ਹਾਂ ਸਿੱਧ ਕਰ ਦਿੱਤੀ ਹੈ ਕਿ ਜਿਹੜਾ ਮਨੁੱਖ ਖੁਸ਼ੀ ਨਾਲ ਦਿਲ ਲਾ ਕੇ ਕੰਮ ਨਹੀਂ ਕਰਦਾ ਉਹਦੇ ਅੰਦਰੋਂ ਹਰ ਵੇਲੇ ਭੈੜੀਆਂ ਤਰੰਗਾਂ ਨਿਕਲਦੀਆਂ। ਇਹਨਾਂ ਦੇ ਕਾਰਨ ਉਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ। ਕੰਮ ਨਾ ਕਰਨਾ ਇੱਕ ਹੋਰ ਤਰ੍ਹਾਂ ਵੀ ਹਾਨੀਕਾਰਕ ਹੈ। ਉਹ ਇਸ ਤਰ੍ਹਾਂ ਕਿ ਕੰਮ ਨਾ ਕਰਨ ਤੇ ਵਿਹਲੇ ਫਿਰਨ ਨਾਲ ਆਦਮੀ ਦੀ ਆਰਥਿਕ ਹਾਲਤ ਵੀ ਕਮਜ਼ੋਰ ਹੋ ਜਾਂਦੀ। ਇਸ ਲਈ ਆਪਣੇ ਆਪ ਨੂੰ ਖੁਸ਼ੀ ਨਾਲ ਤੇ ਦਿਲ ਲਾ ਕੇ ਨਾ ਕਰਨਾ ਆਪਣੇ ਆਪ ਨੂੰ ਚਿੰਤਾ ਰੋਗ ਵੱਲ ਲੈ ਜਾਣਾ। ਵਿਹਲੇ ਰਹਿਣਾ ਮਨੁੱਖ ਦੇ ਦਿਲ ਨੂੰ ਹੌਲੀ ਹੌਲੀ ਇੰਜ ਖਾ ਜਾਂਦਾ ਹੈ ਜਿਵੇਂ ਲੋਹੇ ਨੂੰ ਜੰਗਾਲ। ਜੇ ਤੁਸੀਂ ਚਿੰਤਾ ਰੋਗ ਤੋਂ ਬਚੇ ਰਹਿਣਾ ਚਾਹੁੰਦੇ ਹੋ ਤੁਹਾਨੂੰ ਆਪਣਾ ਕੰਮ ਖੁਸ਼ੀ ਤੇ ਇਮਾਨਦਾਰੀ ਨਾਲ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਔਰਿਸਨ ਐਸ ਮਾਰਡਨ ਆਪਣੀ ਕਿਤਾਬ ਕੰਮ ਨੂੰ ਪੂਰੀ ਤਰ੍ਹਾਂ ਕਰੋ ਵਿੱਚ ਲਿਖਦੇ ਹਨ, ਕੰਮ ਕੇਵਲ ਇਨਾਮ ਜਾਂ ਪੈਸੇ ਕਮਾਉਣ ਲਈ ਨਹੀਂ ਕੀਤਾ ਜਾਂਦਾ। ਇਹ ਮਨੁੱਖ ਦੇ ਇਖਲਾਕ ਤੇ ਗੁਣਾਂ ਨੂੰ ਉੱਚਾ ਕਰਦਾ ਹੈ। ਕੇਵਲ ਇਸ ਗੱਲ ਦੀ ਆੜ ਲੈ ਕੇ ਕਿ ਸਾਨੂੰ ਮਜ਼ਦੂਰੀ ਸਾਡੀ ਇੱਛਾ ਅਨੁਸਾਰ ਨਹੀਂ ਮਿਲਦੀ, ਸਾਨੂੰ ਲਾਪਰਵਾਹੀ ਤੇ ਕੁਝ ਚੱਜ ਨਾਲ ਕੰਮ ਕਰਕੇ ਆਪਣੇ ਇਖਲਾਕ ਤੇ ਗੁਣਾਂ ਨੂੰ ਵਿਗਾੜਨ ਦਾ ਕੋਈ ਅਧਿਕਾਰ। ਸਾਨੂੰ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰਨਾ ਚਾਹੀਦਾ ਹੈ। ਇਮਾਨਦਾਰੀ ਦਾ ਕੇਵਲ ਇਹ ਭਾਵ ਨਹੀਂ ਕਿ ਤੁਹਾਡੇ ਵਚਨ ਭਰੋਸੇਯੋਗ ਹਨ, ਇਹਦਾ ਭਾਵ ਇਹ ਵੀ ਹੈ ਕਿ ਤੁਸੀਂ ਆਪਣੇ ਕੰਮ ਨੂੰ ਸੋਚ ਵਿਚਾਰ ਕੇ ਸਾਵਧਾਨੀ ਨਾਲ ਪੂਰੀ ਤਰ੍ਹਾਂ ਠੀਕ ਕਰੋ। ਇਮਾਨਦਾਰੀ ਦਾ ਭਾਵ ਕੇਵਲ ਇਹ ਨਹੀਂ ਕਿ ਤੁਸੀਂ ਸੱਚ ਬੋਲੋ, ਪਰ ਕੰਮ ਦੇ ਦਰਜੇ ਮਤਲਬ ਕੁਆਲਿਟੀ 'ਚ ਭਾਵੇਂ ਧੋਖਾ ਕਰੀ ਜਾਓ।
ਇਮਾਨਦਾਰੀ ਦਾ ਭਾਵ ਹੈ ਹਰ ਕੰਮ 'ਚ, ਹਰ ਵਿਚਾਰ 'ਚ ਸੱਚਾਈ। ਕਿਸੇ ਦੇ ਪੈਸੇ ਜਾਂ ਮਾਲ ਦੀ ਚੋਰੀ ਨਾ ਕਰਨਾ ਹੀ ਇਮਾਨਦਾਰੀ ਨਹੀਂ। ਤੁਹਾਨੂੰ ਕਿਸੇ ਦੇ ਵਕਤ ਦੀ ਚੋਰੀ ਵੀ ਨਹੀਂ ਕਰਨੀ ਚਾਹੀਦੀ, ਨਾ ਹੀ ਅੱਧਾ ਪਚੱਧਾ ਤੇ ਲਾਪਰਵਾਹੀ ਨਾਲ ਕੰਮ ਕਰਕੇ ਉਹਦੀ ਜਾਇਦਾਦ ਤੇ ਕਾਰੋਬਾਰ ਨੂੰ ਤਬਾਹ ਕਰਨਾ ਚਾਹੀਦਾ। ਮਜ਼ਦੂਰੀ ਵੱਧ ਤੇ ਕੰਮ ਘੱਟ। ਜੇ ਤੁਸੀਂ ਕੰਮ ਨੂੰ ਨੇਕ ਨੀਅਤੀ ਨਾਲ ਇਸ ਲਈ ਨਹੀਂ ਕਰਦੇ ਕਿ ਤੁਹਾਨੂੰ ਤੁਹਾਡੀ ਇਮਾਨਦਾਰੀ ਦਾ ਪੂਰਾ ਇਵਜ਼ਾਨਾ ਤਨਖਾਹ ਦੇ ਰੂਪ 'ਚ ਨਹੀਂ ਮਿਲਦਾ, ਤਾਂ ਤੁਸੀਂ ਆਪਣੇ ਆਪ ਨੂੰ ਬਦਦਿਆਨਤ ਬਣਾ ਰਹੇ ਹੋ ਤੇ ਆਪਣੇ ਇਖਲਾਕ ਨੂੰ ਵਿਗਾੜ ਰਹੇ ਹੋ। ਜਾਰਜ ਡਬਲਿਊ ਸਮਿਥ। ਸਫਲ ਜੀਵਨ ਲਈ ਸਭ ਤੋਂ ਜ਼ਰੂਰੀ ਤੇ ਚੰਗਾ ਅਸੂਲ ਇਹ ਹੈ ਕਿ ਅਸੀਂ ਆਪਣੇ ਕੰਮ ਨੂੰ ਮਿਲ ਰਹੀ ਮਜ਼ਦੂਰੀ ਨਾਲੋਂ ਵਧੇਰੇ ਤੇ ਚੰਗਾ। ਮਿਸਟਰ ਸੈਮੂਅਲ ਸਮਾਈਲਸ ਆਪਣੀ ਕਿਤਾਬ 'ਚ ਇੱਕ ਥਾਂ ਤੇ ਲਿਖਦੇ ਹੈ, ਜਿਹੜਾ ਮਨੁੱਖ ਆਪਣੇ ਫਰਜ਼ ਇਮਾਨਦਾਰੀ ਨਾਲ ਨਿਭਾਉਣ ਦਾ ਯਤਨ ਕਰਦਾ ਹੈ, ਉਸ ਮਨੋਰਥ ਨੂੰ ਪੂਰਾ ਕਰ ਰਿਹਾ ਜਿਸ ਵਾਸਤੇ ਮਾਲਕ ਨੇ ਉਹਨੂੰ ਪੈਦਾ ਕੀਤਾ। ਕਈ ਆਦਮੀਆਂ ਦਾ ਰਵੱਈਆ ਵੱਧ ਤੋਂ ਵੱਧ ਪੈਸੇ ਲਓ, ਘੱਟ ਤੋਂ ਘੱਟ ਕੰਮ ਕਰੋ ਵਾਲਾ ਹੋ। ਅਜਿਹਾ ਵਤੀਰਾ ਠੀਕ ਨਹੀਂ ਹੁੰਦਾ। ਮਾਲਕ ਤੁਹਾਨੂੰ ਇਸ ਇਕਰਾਰ ਤੇ ਆ ਕੇ ਰੱਖਦਾ ਹੈ ਕਿ ਆਪਣੇ ਵਿੱਤ ਅਨੁਸਾਰ ਚੰਗੇ ਤੋਂ ਚੰਗਾ ਵੱਧ ਤੋਂ ਵੱਧ ਕੰਮ ਕਰਕੇ ਦਿਓਗੇ। ਇਸ ਮਗਰੋਂ ਚੰਗੀ ਤਰ੍ਹਾਂ ਕੰਮ ਨਾ ਕਰਨ ਦੀ ਕੋਈ ਮਲੂਕ ਵਜ੍ਹਾ ਤੁਹਾਡੇ ਪਾਸ ਨਹੀਂ ਰਹਿੰਦੀ। ਜਿਹੜੇ ਮਨੁੱਖ ਜਾਣਬੁੱਝ ਕੇ ਘੱਟ ਕੰਮ ਕਰਦੇ ਆ, ਉਹਨਾਂ ਦਾ ਮਨ ਪਾਪੀ ਹੁੰਦਾ ਹੈ। ਪਾਪੀ ਮਨ ਅਸ਼ਾਂਤੀ ਤੇ ਮਾਨਸਿਕ ਰੋਗਾਂ ਦਾ ਇੱਕ ਵੱਡਾ ਕਾਰਨ। ਜਿਸ ਕੰਮ ਨੂੰ ਲੋਕ ਕੇਵਲ ਆਪਣੀ ਰੋਜ਼ੀ ਦਾ ਇੱਕ ਸਾਧਨ ਸਮਝ ਕੇ ਹੀ ਕਰਦੇ ਹੈ, ਉਸ ਕੰਮ ਨਾਲ ਉਹ ਘੱਟ ਹੀ ਪਿਆਰ ਕਰਦੇ ਆ। ਇਸ ਲਈ ਸਾਨੂੰ ਆਪਣਾ ਕੰਮ ਕੇਵਲ ਪੈਸੇ ਦੀ ਖਾਤਰ ਹੀ ਨਹੀਂ, ਬਲਕਿ ਕੰਮ ਦੀ ਖਾਤਰ ਵੀ ਕਰਨਾ ਚਾਹੀਦਾ ਹੈ। ਕੰਮ ਕਰਨ ਨਾਲ ਕੇਵਲ ਪੈਸੇ ਨਹੀਂ ਮਿਲਦੇ, ਇਸ ਨਾਲ ਮਨੁੱਖ ਅੰਦਰ ਸਵੈ ਭਰੋਸਾ ਵੀ ਪੈਦਾ ਹੁੰਦਾ। ਕੰਮ ਨੂੰ ਪਿਆਰ ਨਾਲ ਕਰਨਾ ਬੜਾ ਜ਼ਰੂਰੀ ਹੈ। ਜਿਸ ਕੰਮ ਨੂੰ ਪਿਆਰ ਨਾਲ ਕੀਤਾ ਜਾਏ, ਉਹਨੂੰ ਕਰਦਿਆਂ ਮਨੁੱਖ ਕਦੀ ਨਹੀਂ ਥੱਕ। ਡਾਕਟਰ ਡੇਵਿਡ ਸੀਬਰੀ ਲਿਖਦੇ ਹੈ, ਬਹੁਤਾ ਕੰਮ ਕਰਨ ਨਾਲ ਅਸੀਂ ਨਹੀਂ ਥੱਕਦੇ। ਥਕਾਵਟ ਉਸ ਵੇਲੇ ਹੁੰਦੀ ਹੈ ਜਦੋਂ ਕਿ ਅਸੀਂ ਕੋਈ ਕੰਮ ਵੀ ਨਹੀਂ ਕਰਦੇ ਜਾਂ ਕੰਮ 'ਚ ਦਿਲਚਸਪੀ ਨਹੀਂ ਲੈਂਦੇ। ਡਾਕਟਰ ਚਾਰਲਸ ਮਿਓ, ਜਿਹੜੇ ਕਿ ਅਮਰੀਕਾ ਦੇ ਇੱਕ ਪ੍ਰਸਿੱਧ ਡਾਕਟਰ, ਕਹਿੰਦੇ ਹੈ, ਮੈਂ ਅੱਜ ਤੱਕ ਕੋਈ ਮਨੁੱਖ ਬਹੁਤਾ ਕੰਮ ਕਰਨ ਦੇ ਕਾਰਨ ਮਰਦਾ ਨਹੀਂ ਵੇਖਿਆ। ਜਦ ਆਦਮੀ ਆਪਣੇ ਕੰਮ ਨੂੰ ਪਿਆਰ ਨਾਲ ਕਰਦਾ ਹੈ, ਉਸ ਲਈ ਕੰਮ ਨੂੰ ਚੰਗਾ ਕਰਨਾ, ਆਪਣੀ ਮਜ਼ਦੂਰੀ ਦੇ ਹਿਸਾਬ ਨਾਲ ਵਧੇਰੇ ਕਰਨਾ ਕੋਈ ਬਹੁਤਾ ਔਖਾ ਨਹੀਂ ਹੁੰਦਾ। ਜੇ ਕੰਮ ਨੂੰ ਪਿਆਰ ਨਾਲ ਕੀਤਾ ਜਾਏ ਤਾਂ ਉਸ ਵਿੱਚੋਂ ਖੁਸ਼ੀ ਪ੍ਰਾਪਤ। ਕੰਮ ਕਰਨ ਵਾਲੇ ਦੇ ਆਪਣੇ ਲਾਭ ਦੀ ਗੱਲ ਵੀ ਇਹ ਹੈ ਕਿ ਉਹ ਆਪਣੇ ਕੰਮ ਨੂੰ ਮਿਲ ਰਹੀ ਮਜ਼ਦੂਰੀ ਵੱਲ ਧਿਆਨ ਦਿੱਤੇ ਬਿਨਾਂ ਪੂਰੀ ਇਮਾਨਦਾਰੀ ਤੇ ਮਿਹਨਤ ਨਾਲ। ਜੇ ਤੁਸੀਂ ਆਪਣਾ ਕੰਮ ਮਿਹਨਤ ਤੋਲ ਕੇ ਆਪਣੀ ਮਜ਼ਦੂਰੀ ਦੇ ਬਰਾਬਰ ਹੀ ਕਰਦੇ ਹੋ ਤੇ ਇਹ ਗੱਲ ਬਾਕੀ ਦੇ ਕੰਮ ਕਰਨ ਵਾਲਿਆਂ ਨਾਲੋਂ ਕੋਈ ਵਧੇਰੇ ਸ਼ਲਾਘਾਜਨਕ ਨਹੀਂ। ਚਾਰਲਸ ਈ ਹਿਊਜ਼ ਆਖਦਾ, ਮੈਂ ਕੰਮ ਕਰਨ 'ਚ ਤੇ ਸਖਤ ਮਿਹਨਤ ਕਰਨ 'ਚ ਯਕੀਨ ਰੱਖਦਾ। ਆਦਮੀ ਕੰਮ ਕਰਦਿਆਂ ਬਿਮਾਰ ਨਹੀਂ ਹੁੰਦਾ, ਚਿੰਤਾ ਤੇ ਨਫ਼ਰਤ ਨਾਲ ਬਿਮਾਰ। ਕੰਮ ਤਾਂ ਹਰ ਮਨੁੱਖ ਨੂੰ ਕਰਨਾ ਹੀ ਪੈਂਦਾ ਹੈ। ਜੇ ਤੁਸੀਂ ਹੱਸਦੇ ਹੱਸਦੇ ਖੁਸ਼ੀ ਨਾਲ ਕੰਮ ਕਰੋਗੇ, ਤੁਹਾਨੂੰ ਇਸ 'ਚੋਂ ਆਨੰਦ ਪ੍ਰਾਪਤ ਹੋਏਗਾ, ਤੇ ਜੇ ਤੁਸੀਂ ਸੜਦੇ ਭੁੱਜਦੇ ਕਰੋਗੇ, ਤੁਹਾਨੂੰ ਇੱਕ ਭਾਰ ਜਾਪੇਗਾ ਤੇ ਇਸ 'ਚੋਂ ਤੁਹਾਨੂੰ ਕੋਈ ਖੁਸ਼ੀ ਵੀ ਨਹੀਂ ਮਿਲੇਗੀ। ਆਪਣੀ ਮਜ਼ਦੂਰੀ ਨਾਲੋਂ ਹਮੇਸ਼ਾ ਵੱਧ ਕੰਮ। ਪਹਿਲਾ, ਤੁਹਾਡਾ ਮਨ ਸਾਫ਼ ਰਹਿੰਦਾ ਹੈ, ਇਹ ਤੋਂ ਤੁਹਾਨੂੰ ਖੁਸ਼ੀ ਤੇ ਸ਼ਾਂਤੀ ਪ੍ਰਾਪਤ। ਦੂਜਾ, ਤੁਹਾਡੀ ਸਾਫ਼ ਜ਼ਮੀਰ ਹੋਰ ਵਧੇਰੇ ਕੰਮ ਕਰਨ ਲਈ ਤੁਹਾਡੇ ਅੰਦਰ ਉਤਸ਼ਾਹ ਪੈਦਾ। ਤੀਸਰਾ, ਤੁਹਾਨੂੰ ਆਪਣੇ ਮਾਲਕ ਦਾ ਕੋਈ ਡਰ ਨਹੀਂ ਰਹੇਗਾ, ਸਗੋਂ ਮਾਲਕ ਨੂੰ ਇਹ ਡਰ ਰਹੇਗਾ ਤੁਸੀਂ ਕਿਤੇ ਉਹਦੀ ਨੌਕਰੀ ਛੱਡ ਕੇ ਨਾ ਚਲੇ ਜਾਓ। ਚੌਥਾ, ਕੋਈ ਵੀ ਮਾਲਕ ਤੁਹਾਨੂੰ ਹੱਥੋਂ ਛੱਡਣਾ ਨਹੀਂ ਚਾਹੇਗਾ, ਕਿਉਂਕਿ ਤੁਸੀਂ ਜਿੰਨੇ ਪੈਸੇ ਉਸ ਕੋਲੋਂ ਲੈਂਦੇ ਹੋ ਉਹ ਤੋਂ ਵੱਧ ਦਾ ਕੰਮ ਕਰ ਦਿੰਦੇ ਹੋ। ਪੰਜਵਾਂ, ਜਦੋਂ ਤੁਹਾਡੀ ਇਹ ਸ਼ੋਹਰਤ ਹੋ ਜਾਏਗੀ ਕਿ ਤੁਸੀਂ ਆਪਣੀ ਮਜ਼ਦੂਰੀ ਨਾਲੋਂ ਵੱਧ ਤੇ ਚੰਗਾ ਕੰਮ ਕਰਦੇ ਹੋ, ਹਰ ਮਾਲਕ ਤੁਹਾਨੂੰ ਨੌਕਰ ਰੱਖਣ ਲਈ ਖੁਸ਼ੀ ਨਾਲ ਤਿਆਰ ਹੋ। ਛੇਵਾਂ, ਤੁਹਾਡਾ ਦੂਜੇ ਸਾਥੀਆਂ ਨਾਲੋਂ ਵਧੇਰੇ ਕੰਮ ਕਰਨਾ ਤੁਹਾਨੂੰ ਤਰੱਕੀ ਲਈ ਹੱਕਦਾਰ ਬਣਾ। ਕੁਝ ਸਮੇਂ ਲਈ ਇਸ ਅਸੂਲ ਨੂੰ ਵਰਤ ਕੇ ਵੇਖੋ, ਆਪਣੀ ਮਜ਼ਦੂਰੀ ਨਾਲੋਂ ਵਧੇਰੇ ਤੇ ਚੰਗਾ ਕੰਮ ਕਰੋ। ਥੋੜ੍ਹੇ ਸਮੇਂ ਪਿੱਛੋਂ ਤੁਸੀਂ ਵੇਖੋਗੇ ਲੋਕ ਤੁਹਾਨੂੰ ਖੁਸ਼ੀ ਨਾਲ ਤੁਹਾਡੇ ਕੰਮ ਦੇ ਹਿਸਾਬ ਨਾਲੋਂ ਵੱਧ ਮਜ਼ਦੂਰੀ ਦੇ ਰਹੇ ਹੈ। ਦੁਨੀਆ 'ਚ ਜਿੰਨੇ ਵੀ ਵੱਡੇ ਵੱਡੇ ਤੇ ਕਾਮਯਾਬ ਆਦਮੀ ਹੋਏ ਹੈ, ਜਿਸ ਤਰ੍ਹਾਂ ਕਿ ਕਾਰਨੇਗੀ, ਸਵਾਬ, ਐਡੀਸਨ, ਹੈਨਰੀ ਫੋਰਡ ਆਦਿ, ਇਹ ਸਭ ਇਸੇ ਅਸੂਲ ਤੇ ਚੱਲ ਕੇ ਸਫਲ। ਜਿਹੜਾ ਆਦਮੀ ਆਪਣੇ ਮਾਲਕ ਦੀ ਗੈਰ ਹਾਜ਼ਰੀ ਵਿੱਚ ਵੀ ਆਪਣੇ ਕੰਮ ਨੂੰ ਉਨੀ ਮਿਹਨਤ ਤੇ ਦਿਲਚਸਪੀ ਨਾਲ ਕਰਦਾ ਹੈ ਜਿੰਨਾ ਕਿ ਉਹਦੀ ਮੌਜੂਦਗੀ 'ਚ, ਉਹ ਮਨੁੱਖ ਜਲਦੀ ਤਰੱਕੀ ਤੇ ਖੁਸ਼ਹਾਲੀ ਦੀ ਪੌੜੀ ਤੇ ਸਿਖਰ ਤੇ ਪਹੁੰਚ ਜਾਂਦਾ ਹੈ। ਪਰ ਜਿਹੜਾ ਆਦਮੀ ਆਪਣੇ ਮਾਲਕ ਦੀ ਗੈਰ ਹਾਜ਼ਰੀ 'ਚ ਆਪਣੇ ਕੰਮ ਤੋਂ ਲਾਪਰਵਾਹ ਹੋ ਜਾਂਦਾ ਹੈ, ਉਹ ਜਲਦੀ ਨੌਕਰੀ ਤੋਂ ਹੱਥ ਧੋ ਕੇ ਘਰ ਆ ਬਹਿੰਦਾ ਹੈ। ਕੰਮ ਕਰਨ ਦੇ ਲਾਭ। ਕੰਮ ਸਾਰੀਆਂ ਖੁਸ਼ੀਆਂ ਦੀ ਬੁਨਿਆਦ ਹੈ। ਲੇ ਹੰਟ। ਖੁਸ਼ ਰਹਿਣ ਲਈ ਕੁਝ ਨਾ ਕੁਝ ਕਰਦੇ ਰਹਿਣਾ ਲਾਜ਼ਮੀ ਹੈ। ਹੈਜ਼ਲੇਟ। ਪ੍ਰਸੰਨ ਲੋਕ ਉਹ ਹਨ ਜਿਹੜੇ ਕੰਮ ਕਰਦੇ ਹੈ ਤੇ ਪਰ ਜਿਹੜੇ ਆਪਣੇ ਕੰਮ ਨਾਲ ਪਿਆਰ ਵੀ ਕਰਦੇ, ਉਹ ਬਹੁਤ ਹੀ ਪ੍ਰਸੰਨ ਹੈ। ਕੰਮ ਕਰਨਾ ਵੀ ਚਿੰਤਾ ਰੋਗ ਦਾ ਇੱਕ ਇਲਾਜ ਹੈ। ਕੰਮ ਕਰਨ ਬਾਰੇ ਅਰਲ ਆਫ ਡਰਬੀ ਆਖਦੇ ਹੈ ਕਿ ਕੰਮ ਮਨੁੱਖ ਨੂੰ ਨਿੱਕੀਆਂ ਨਿੱਕੀਆਂ ਪਰੇਸ਼ਾਨੀਆਂ ਤੇ ਛੋਟੀਆਂ ਛੋਟੀਆਂ ਤੰਗ ਕਰਨ ਤੇ ਖਿਜਾਉਣ ਵਾਲੀਆਂ ਗੱਲਾਂ ਬਚਾਈ ਰੱਖਦਾ ਹੈ। ਆਪਣੇ ਕੰਮ 'ਚ ਰੁੱਝੇ ਰਹਿਣ ਨਾਲ ਮਨੁੱਖ ਦੇ ਖਿਆਲ ਭੈੜੇ ਪਾਸੇ ਵੱਲ ਨਹੀਂ ਜਾਂਦੇ। ਕੰਮ ਕਰਨ ਨਾਲ ਸਰੀਰ ਥੱਕ ਜਾਂਦਾ ਹੈ,
ਇਸ ਥਕਾਵਟ ਦੇ ਕਾਰਨ ਕੰਮ ਕਰਨ ਵਾਲੇ ਨੂੰ ਰਾਤ ਨੀਂਦ ਵੀ ਚੰਗੀ ਆਉਂਦੀ ਹੈ। ਜਿਨ੍ਹਾਂ ਲੋਕਾਂ ਨੂੰ ਚਿੰਤਾ ਦੇ ਕਾਰਨ ਰਾਤ ਨੀਂਦ ਨਹੀਂ ਆਉਂਦੀ, ਉਹਨਾਂ ਨੂੰ ਅਸੀਂ ਸਰੀਰਕ ਮਿਹਨਤ ਕਰਨ ਦੀ ਸਲਾਹ ਦਿੰਦੇ ਹਾਂ। ਜੋ ਸਰੂਰ ਕੰਮ ਕਰਨ ਦੇ ਨਾਲ ਆਉਂਦਾ ਹੈ, ਉਹ ਕਿਸੇ ਵੀ ਹੋਰ ਨਸ਼ੀਲੀ ਚੀਜ਼ ਨਾਲ ਨਹੀਂ ਆਉਂਦਾ। ਕੰਮ ਕਰਨਾ ਚਿੰਤਾ ਰੋਗ ਦੀ ਸਭ ਤੋਂ ਸਸਤੀ ਤੇ ਚੰਗੀ ਦਵਾਈ ਹੈ। ਫਾਰਸੀ ਦਾ ਇੱਕ ਕਥਨ ਹੈ, ਮਰਦ ਚੂੰ ਸ਼ਬਦ ਬੇਕਾਰ ਜਾਂ ਸ਼ਬਦ ਦੁਆ ਦਿਆ। ਮਿਸਟਰ ਬਰਟਨ ਆਪਣੀ ਕਿਤਾਬ 'ਚ ਲਿਖਦੇ ਹੈ, ਕੰਮ ਨਾ ਕਰਨਾ ਮਨ ਤੇ ਤਨ ਦੋਹਾਂ ਲਈ ਜ਼ਹਿਰ ਹੈ। ਵਿਹਲੇ ਰਹਿਣਾ ਕੁੱਲ ਸ਼ਰਾਰਤਾਂ ਤੇ ਝਗੜਿਆਂ ਦੀ ਜੜ ਹੈ। ਇਹ ਸ਼ੈਤਾਨ ਦਾ ਤਕੀਆ ਹੈ, ਉਹਦੇ ਵਿਸ਼ਰਾਮ ਦੀ ਥਾਂ ਹੈ। ਮਾਨਸਿਕ ਤੌਰ ਤੇ ਵਿਹਲੇ ਰਹਿਣਾ ਸਰੀਰਕ ਮਿਹਨਤ ਨਾ ਕਰਨ ਨਾਲੋਂ ਹੋਰ ਵੀ ਜ਼ਿਆਦਾ ਬੁਰਾ ਤੇ ਹਾਨੀਕਾਰਕ ਹੈ। ਜਿਵੇਂ ਖੜੇ ਪਾਣੀ 'ਚ ਕੀੜੇ ਮਕੌੜੇ ਤੇ ਹੋਰ ਕਈ ਤਰ੍ਹਾਂ ਦਾ ਗੰਦਮੰਦ ਪੈਦਾ ਹੋ ਜਾਂਦਾ ਹੈ, ਤਿਵੇਂ ਵਿਹਲੜ ਮਨ 'ਚ ਭੈੜੇ ਤੇ ਖੱਟੇ ਵਿਚਾਰ ਪੈਦਾ ਹੋ ਜਾਂਦੇ। ਇਸ ਲਈ ਅਸੀਂ ਬੜੇ ਜ਼ੋਰ ਨਾਲ ਕਹਿੰਦੇ ਹਾਂ ਕਿ ਜਿਹੜਾ ਮਨੁੱਖ ਜਾਂ ਤੀਵੀਂ ਵਿਹਲੜ ਹੈ, ਭਾਵੇਂ ਉਸ ਕੋਲ ਕਿੰਨੀ ਦੌਲਤ ਕਿਉਂ ਨਾ ਹੋਵੇ, ਉਹਦਾ ਜੀਵਨ ਸਹੀ ਮਾਅਨਿਆਂ 'ਚ ਪ੍ਰਸੰਨ ਤੇ ਭਰਪੂਰ ਨਹੀਂ ਹੋ ਸਕਦਾ। ਉਹ ਹਮੇਸ਼ਾ ਮਾਨਸਿਕ ਤੇ ਸਰੀਰਕ ਤੌਰ ਤੇ ਬਿਮਾਰ ਰਹੇਗਾ, ਸਦਾ ਰੋਂਦਾ ਕੁਰਲਾਉਂਦਾ ਹੋ ਕੇ ਹੌਕੇ ਭਰਦਾ। ਤੇ ਜਦੋਂ ਅਸੀਂ ਇਹ ਆਖਦੇ ਹਾਂ ਕਿ ਮਾਨਸਿਕ ਤੌਰ ਤੇ ਵਿਹਲੇ ਨਾ ਰਹੋ, ਤਾਂ ਇਹਦਾ ਭਾਵ ਇਹ ਹੈ ਕਿ ਜਦ ਕਦੇ ਕੰਮਕਾਰ ਨਾ ਮਿਲਣ ਦੀ ਵਜ੍ਹਾ ਨਾਲ ਤੁਸੀਂ ਬੇਕਾਰ ਵੀ ਹੋ, ਤਦ ਵੀ ਦਿਮਾਗੀ ਤੌਰ ਤੇ ਬੇਕਾਰ ਨਾ ਬਣੋ। ਪ੍ਰੋਫੈਸਰ ਜੇਮਸ ਐਲ ਮਰਸਲ ਆਖਦੇ ਹੈ ਕਿ ਚਿੰਤਾ ਮਨੁੱਖ ਦਾ ਉਸ ਵੇਲੇ ਤੱਕ ਕੁਝ ਨਹੀਂ ਵਿਗਾੜਦੀ ਜਦ ਤੱਕ ਉਹ ਆਪਣੇ ਕੰਮ 'ਚ ਰੁੱਝਿਆ ਰਹਿੰਦਾ ਹੈ। ਇਹ ਮਨੁੱਖ ਨੂੰ ਉਸ ਵੇਲੇ ਖਾਂਦੀ ਹੈ ਜਦੋਂ ਸ਼ਾਮ ਵੇਲੇ ਆਪਣਾ ਕੰਮ ਖਤਮ ਕਰਕੇ ਵਿਹਲਾ ਹੋ ਕੇ ਬੈਠ। ਕਈ ਅਮੀਰ ਲੋਕ ਆਖਦੇ ਆ, ਸਾਨੂੰ ਕੰਮ ਕਰਨ ਦੀ ਕੀ ਲੋੜ ਹੈ, ਸਾਡੇ ਕੋਲ ਤਾਂ ਅੱਗੇ ਹੀ ਕਾਫੀ ਪੈਸਾ ਹੈ। ਪਰ ਅਸੀਂ ਕਹਿੰਦੇ ਹਾਂ, ਜੇ ਤੁਹਾਡੀ ਆਰਥਿਕ ਹਾਲਤ ਕਾਫੀ ਚੰਗੀ ਹੈ ਤਾਂ ਫਿਰ ਵੀ ਸਿਹਤ ਤੇ ਤੰਦਰੁਸਤੀ ਵਾਸਤੇ ਤੁਹਾਡੇ ਲਈ ਕੰਮ ਕਰਨਾ ਜ਼ਰੂਰੀ ਹੈ। ਕੰਮ ਕਰਨ ਨਾਲ ਮਨੁੱਖ 'ਚ ਸਵੈ ਭਰੋਸਾ ਪੈਦਾ ਹੁੰਦਾ ਹੈ ਤੇ ਜਦ ਆਦਮੀ ਆਪਣੇ ਕੰਮ 'ਚ ਮਸਤ ਹੁੰਦਾ ਹੈ ਤਾਂ ਆਪਣੇ ਅੰਦਰ ਇੱਕ ਅਜੀਬ ਕਿਸਮ ਦੀ ਸ਼ਾਂਤੀ ਤੇ ਸੁਰੱਖਿਅਤ ਅਨੁਭਵ ਕਰਦਾ। ਸਰੀਰਕ ਮਿਹਨਤ ਨੀਂਦਰੇ ਦਾ ਸਭ ਤੋਂ ਸਸਤਾ ਤੇ ਕਾਮਯਾਬ ਇਲਾਜ ਹੈ। ਸ਼੍ਰੀਮਤੀ ਐਨ ਮੇਰੇ ਪਾਸੋਂ ਨੀਂਦਰੇ ਦੇ ਇਲਾਜ ਵਾਸਤੇ ਆਈ। ਉਹਨੂੰ ਸਾਰੀ ਰਾਤ ਨੀਂਦ ਨਹੀਂ ਸੀ ਆਉਂਦੀ। ਮੇਰੇ ਪੁੱਛਣ ਤੇ ਉਹਨੇ ਮੈਨੂੰ ਆਪਣੀ ਵਾਰਤਾ ਇੰਝ ਸੁਣਾਈ, ਮੇਰਾ ਜਵਾਨ ਤੇ ਇਕਲੌਤਾ ਲੜਕਾ ਘਰੋਂ ਲੜ ਕੇ ਚਲਾ ਗਿਆ ਹੈ। 1 ਸਾਲ ਤੋਂ ਕੋਈ ਪਤਾ ਨਹੀਂ ਕਿੱਥੇ ਹੈ, ਤੇ ਜਦ ਦਾ ਘਰੋਂ ਗਿਆ ਮੈਨੂੰ ਇਸ ਬਾਰੇ ਕੋਈ ਖਬਰ ਨਹੀਂ ਮਿਲੀ ਤੇ ਮੈਨੂੰ ਹਰ ਵੇਲੇ ਉਹਦੀ ਚਿੰਤਾ ਲੱਗੀ ਰਹਿੰਦੀ ਹੈ। ਮੇਰੀ ਭੁੱਖ ਬਿਲਕੁਲ ਮੁੱਕ ਗਈ ਹੈ, ਸਾਰੀ ਰਾਤ ਨੀਂਦ ਨਹੀਂ ਆਉਂਦੀ, ਮੇਰਾ ਮਨ ਹਰ ਵੇਲੇ ਬੇਚੈਨ ਰਹਿੰਦਾ ਹੈ। ਇਸ ਤੀਵੀਂ ਦੀ ਸਾਰੀ ਤਕਲੀਫ ਦਾ ਕਾਰਨ ਚਿੰਤਾ ਸੀ, ਆਪਣੇ ਲੜਕੇ ਦੀ ਚਿੰਤਾ। ਅਸੀਂ ਉਹਨੂੰ ਮਸ਼ਵਰਾ ਦਿੱਤਾ ਵੀ ਆਪਣੇ ਘਰ ਦਾ ਸਾਰਾ ਕੰਮ ਆਪਣੇ ਹੱਥੀਂ ਕਰੇ। ਉਹਨੇ ਮੇਰੀ ਇਸ ਗੱਲ ਨੂੰ ਮੰਨ ਲਿਆ ਤੇ ਘਰ ਦਾ ਸਾਰਾ ਕੰਮ, ਕੱਪੜੇ ਧੋਣੇ, ਰੋਟੀ ਬਣਾਉਣੀ, ਸਫਾਈ ਕਰਨੀ, ਸਿਉਣਾ ਪਰੋਣਾ ਆਪਣੇ ਹੱਥੀਂ ਕਰਨਾ ਸ਼ੁਰੂ ਕਰ ਦਿੱਤਾ। ਸਵੇਰ ਦੇ 5 ਵਜੇ ਤੋਂ ਰਾਤ ਦੇ 10 ਵਜੇ ਤੱਕ ਉਹ ਆਪਣੇ ਕੰਮ 'ਚ ਜੁਟੀ ਰਹਿੰਦੀ। ਹੱਥੀਂ ਕੰਮ ਕਰਨ ਦਾ ਇਹ ਨਤੀਜਾ ਨਿਕਲਿਆ ਕਿ ਰਾਤ ਪੈਣ ਤੱਕ ਥੱਕ ਕੇ ਚੂਰ ਹੋ ਜਾਂਦੀ ਤੇ ਮੰਜੇ ਤੇ ਪੈਂਦਿਆਂ ਹੀ ਘੂਕ ਸੌਂ ਜਾਂਦੀ। ਕੋਈ ਸ਼ੁਗਲ ਜ਼ਰੂਰ ਰੱਖ। ਹਰ ਆਦਮੀ ਨੂੰ ਕੋਈ ਨਾ ਕੋਈ ਹੌਬੀ, ਸ਼ੁਗਲ ਜ਼ਰੂਰ ਰੱਖਣਾ ਚਾਹੀਦਾ ਹੈ। ਸ਼ੁਗਲ ਮਨੁੱਖ ਨੂੰ ਜ਼ਿੰਮੇਵਾਰੀਆਂ 'ਚੋਂ ਕੱਢ ਕੇ ਬੇਪਰਵਾਹੀਆਂ ਵੱਲ ਲੈ ਜਾਂਦਾ ਹੈ। ਇਸ ਤਰ੍ਹਾਂ ਆਦਮੀ ਦਾ ਧਿਆਨ ਹਰ ਵੇਲੇ ਦੀ ਖਿੱਚ ਧੂ ਤੋਂ ਕੁਝ ਸਮੇਂ ਲਈ ਦੂਰ ਹੋ ਜਾਂਦਾ ਹੈ। ਸ਼ੁਗਲ ਨਾਲ ਆਦਮੀਆਂ ਦਾ ਵਾਹ ਨਵੀਆਂ ਮਨ ਭਾਉਂਦੀਆਂ ਚੀਜ਼ਾਂ ਨਾਲ ਪੈਂਦਾ ਤੇ ਇਸ ਤਰ੍ਹਾਂ ਉਹਦਾ ਮਨ ਖੁਸ਼ ਰਹਿੰਦਾ। ਸ਼ੁਗਲ ਆਦਮੀ ਦੇ ਹਰ ਰੋਜ਼ ਦੇ ਕੰਮਕਾਰ ਤੋਂ ਅੱਡਰਾ ਹੋਣਾ ਚਾਹੀਦਾ ਹੈ। ਜਦ ਆਦਮੀ ਕੰਮ ਤੋਂ ਵਿਹਲਾ ਹੁੰਦਾ, ਉਹਦੇ ਵਿਚਾਰ ਇੱਧਰ ਉੱਧਰ ਭਟਕਣ ਲੱਗ ਜਾਂਦੇ ਹੈ। ਆਮ ਤੌਰ ਤੇ ਵਿਚਾਰ ਫਿਕਰ ਤੇ ਚਿੰਤਾ ਭਰੇ ਹੁੰਦੇ ਹੈ। ਸ਼ੁਗਲ ਮਨੁੱਖ ਨੂੰ ਰੁੱਝਿਆ ਰੱਖਦਾ ਹੈ। ਸ਼ੁਗਲ ਕਈ ਤਰ੍ਹਾਂ ਦਾ ਹੁੰਦਾ ਹੈ। ਸ਼ਿਕਾਰ ਕਰਨਾ, ਮੱਛੀਆਂ ਫੜਨਾ, ਖੇਡਣਾ, ਤਸਵੀਰਾਂ ਬਣਾਉਣਾ, ਫੋਟੋ ਖਿੱਚਣਾ, ਪੁਰਾਣੀਆਂ ਟਿਕਟਾਂ ਇਕੱਠੀਆਂ ਕਰਨਾ, ਪੁਰਾਣੇ ਵਿਦੇਸ਼ੀ ਸਿੱਕੇ ਇਕੱਠੇ ਕਰਨੇ, ਬਾਗ ਲਾਉਣਾ ਆਦਿ। ਇਹਨਾਂ 'ਚੋਂ ਜਿਹੜਾ ਵੀ ਸ਼ੁਗਲ ਤੁਹਾਨੂੰ ਪਸੰਦ ਹੋਵੇ ਉਹਨੂੰ ਅਪਣਾ ਸਕਦੇ ਹੋ। ਲਤੀਫੇ, ਅਖਾਣ ਤੇ ਦੁਨੀਆ ਦੇ ਪ੍ਰਸਿੱਧ ਤੇ ਸਿਆਣੇ ਲੋਕਾਂ ਦੇ ਵਿਚਾਰ ਇਕੱਠੇ ਕਰਨਾ ਵੀ ਇੱਕ ਚੰਗਾ ਸ਼ੁਗਲ ਹੈ। ਆਦਮੀ ਲਈ ਆਪਣਾ ਫਾਲਤੂ ਸਮਾਂ ਕਿਸੇ ਸ਼ੁਗਲ ਦੇ ਬਿਨਾਂ ਗੁਜ਼ਾਰਨਾ ਮੁਸ਼ਕਿਲ ਹੋ ਜਾਂਦਾ ਹੈ। ਵਿਹਲੇ ਸਮੇਂ ਮਨੁੱਖ ਦੇ ਵਿਚਾਰ ਅਕਸਰ ਤਕਲੀਫਾਂ ਜਾਂ ਸ਼ਰਾਰਤਾਂ ਵੱਲ ਹੀ ਜਾਂਦੇ ਹੈ। ਪਰ ਜੇ ਆਦਮੀ ਨੇ ਕੋਈ ਸ਼ੁਗਲ ਰੱਖਿਆ ਹੋਵੇ ਤਾਂ ਉਹਦਾ ਵਿਹਲਾ ਸਮਾਂ ਚੰਗਾ ਬਤੀਤ ਹੋ ਜਾਂਦਾ ਹੈ। ਮਿਸਿਸ ਐਨ ਨੂੰ 50 ਸਾਲ ਤੋਂ ਪੇਟ 'ਚ ਕੋਈ ਨਾ ਕੋਈ ਤਕਲੀਫ ਰਹਿੰਦੀ ਸੀ। ਉਹ ਹਰ ਵੇਲੇ ਆਪਣੇ ਢਿੱਡ ਦੇ ਰੋਣੇ ਹੀ ਰੋਂਦੀ ਰਹਿੰਦੀ ਤੇ ਜਦ ਵੀ ਉਹਨੂੰ ਕੋਈ ਮਿਲਦਾ, ਉਹ ਆਪਣੇ ਪੇਟ ਦੀ ਕਦੇ ਨਾ ਖਤਮ ਹੋਣ ਵਾਲੀ ਰਾਮ ਕਹਾਣੀ ਦੱਸਣੀ ਸ਼ੁਰੂ ਕਰ ਦਿੰਦੀ। ਉਹਦੇ ਧੀਆਂ ਪੁੱਤਰ, ਆਂਢੀ ਗੁਆਂਢੀ ਉਹਦੀ ਪੇਟ ਕਹਾਣੀ ਤੋਂ ਬਹੁਤ ਤੰਗ ਆ ਚੁੱਕੇ ਸੀ ਤੇ ਇਸ ਲਈ ਉਸ ਕੋਲੋਂ ਨਫ਼ਰਤ ਕਰਦੇ ਸੀ। ਉਸ ਨਾਲ ਕੋਈ ਵੀ ਗੱਲ ਕਰਕੇ ਰਾਜ਼ੀ ਨਹੀਂ ਸੀ ਤੇ ਜਦੋਂ ਆਪਣੇ ਪੇਟ ਦੀ ਕਹਾਣੀ ਸ਼ੁਰੂ ਕਰਦੀ ਤਾਂ ਹਰ ਗੱਲ ਨੂੰ ਬੜੀ ਬਾਰੀਕੀ 'ਚ ਦੱਸਦੀ। ਤੇ ਇੱਕ ਦਿਨ ਜਦੋਂ ਮੈਨੂੰ ਆਪਣੇ ਪੇਟ ਦੀ ਰਾਮ ਕਹਾਣੀ ਸੁਣਾ ਰਹੀ ਸੀ ਤਾਂ ਮੈਂ ਵਿੱਚੋਂ ਟੋਕਦੇ ਹੋਏ ਆਖਿਆ ਵੀ ਤੁਸੀਂ ਕੋਈ ਸ਼ੁਗਲ ਕਿਉਂ ਨਹੀਂ ਰੱਖਦੇ। ਉਹਨੇ ਮੇਰੀ ਇਹ ਗੱਲ ਅਣਸੁਣੀ ਕਰਤੀ ਤੇ ਆਪਣੀ ਢਿੱਡ ਪੀੜ ਦੀ ਕਹਾਣੀ ਸੁਣਾਉਂਦੀ ਰਹੀ। ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦ 15 ਦਿਨਾਂ ਪਿੱਛੋਂ ਉਹਨੇ ਮੈਨੂੰ ਟੈਲੀਫੋਨ ਤੇ ਆਖਿਆ, ਡਾਕਟਰ ਸਾਹਿਬ ਮੈਂ ਇੱਕ ਸ਼ੁਗਲ ਰੱਖ ਲਿਆ। ਇਹ ਤਾਂ ਬਹੁਤ ਚੰਗੀ ਗੱਲ ਹੈ। ਕੀ ਸ਼ੁਗਲ ਰੱਖਿਆ? ਮੈਂ ਕਿਹਾ ਬਟਨ ਇਕੱਠੇ ਕਰਨੇ। ਉਹ ਬੜੇ ਜ਼ੋਰ ਨਾਲ ਬੋਲੀ।
ਉਸ ਸਮੇਂ ਤੋਂ ਮੈਂ ਉਹਨੂੰ ਬੜੇ ਸ਼ੌਕ ਨਾਲ ਵੱਖ-ਵੱਖ ਕਿਸਮ ਦੇ ਬਟਨ ਇਕੱਠੇ ਕਰਦੇ ਵੇਖ ਇਸ ਸ਼ੁਗਲ ਨੇ ਉਹਨੂੰ ਬਹੁਤ ਲਾਭ ਪਹੁੰਚਾਇਆ। ਉਹਦੀ ਸਿਹਤ ਅੱਗੇ ਨਾਲੋਂ ਬਹੁਤ ਚੰਗੀ ਹੋ ਗਈ ਹੈ। ਹੁਣ ਜਦੋਂ ਕਿਸੇ ਨਵੇਂ ਬਟਨ ਬਾਰੇ ਸੁਣਦੀ ਹੈ ਤਾਂ ਉਹਨੂੰ ਪ੍ਰਾਪਤ ਕਰਨ ਲਈ ਉਹਦੇ ਪਿੱਛੇ ਲੱਗ ਇੱਕ ਦਿਨ ਉਹ ਵਿਸਕੋਸਨ ਦੇ ਗਵਰਨਰ ਗੁੱਡਲੈਂਡ ਨੂੰ ਮਿਲਣ ਗਈ। ਉਸ ਵੇਲੇ ਗੁੱਡਲੈਂਡ ਦੀ ਉਮਰ 85 ਤੇ ਤੀਵੀਂ ਦੀ 75 ਸਾਲ ਦੇ ਲਗਭਗ ਸੀ। ਜਦੋਂ ਗਵਰਨਰ ਨੂੰ ਮਿਲੀ ਆਖਣ ਲੱਗੀ, ਜਨਾਬ, ਮੈਂ ਆਪ ਦੇ ਕੋਟ ਦਾ ਇੱਕ ਬਟਨ ਲੈਣ ਆਈ ਹਾਂ। ਬਟਨ ਇਕੱਠੇ ਕਰਨਾ ਮੇਰਾ ਸ਼ੁਗਲ ਹੈ। ਮੈਂ ਆਪ ਦਾ ਬਟਨ ਆਪਣੇ ਦੂਜੇ ਬਟਨਾਂ 'ਚ ਇੱਕ ਯਾਦਗਾਰ ਦੇ ਤੌਰ 'ਤੇ ਰੱਖ ਆਪ ਨੂੰ ਬਟਨ ਦੇ ਕੇ ਮੈਨੂੰ ਬੜੀ ਖੁਸ਼ੀ ਹੋਏਗੀ, ਪਰ ਮੇਰੇ ਪਾਸ ਬਟਨ ਨੂੰ ਉਤਾਰਨ ਲਈ ਇਸ ਵੇਲੇ ਕੋਈ ਚੀਜ਼ ਨਹੀਂ। ਗਵਰਨਰ ਨੇ ਅੱਗੋਂ ਉੱਤਰ ਦਿੱਤਾ। ਮਿਸਿਸ ਐਨ ਨੂੰ ਗਵਰਨਰ ਦੀ ਜ਼ਰੂਰਤ ਦਾ ਪਹਿਲਾਂ ਹੀ ਕਿਆਸ ਸੀ। ਉਸ ਝਟਪਟ ਆਪਣੇ ਥੈਲੇ 'ਚੋਂ ਇੱਕ ਨਿੱਕੀ ਜਿਹੀ ਕੈਂਚੀ ਕੱਢ ਕੇ ਗਵਰਨਰ ਦੇ ਹੱਥ ਫੜਾ ਦਿੱਤੀ। ਗਵਰਨਰ ਨੇ ਆਪਣੇ ਕੋਟ ਦੇ ਸਾਰੇ ਬਟਨ ਲਾਹ ਕੇ ਉਹਨੂੰ ਦੇ ਦਿੱਤੇ ਤੇ ਆਖਿਆ, ਮੈਂ ਹੋਰ ਬਟਨ ਵੀ ਆਪ ਨੂੰ ਦੇ ਸਕਦਾ, ਪਰ ਹੁਣ ਮੇਰੇ ਘਰ ਜਾਣ ਦਾ ਸਮਾਂ ਹੋ ਗਿਆ ਹੈ। ਵਿਹਲਾ ਸਮਾਂ ਟਪਾਉਣ ਲਈ ਕਿਸੇ ਸ਼ੁਗਲ ਦਾ ਹੋਣਾ ਬਹੁਤ ਜ਼ਰੂਰੀ ਹੈ। ਜਦੋਂ ਆਦਮੀ ਸ਼ੁਗਲ 'ਚ ਰੁੱਝਾ ਹੁੰਦਾ ਤਾਂ ਉਹ ਸਾਰੇ ਦੁੱਖ ਤੇ ਫਿਕਰ ਭੁੱਲ ਜਾਂਦਾ ਹੈ। ਸੰਤੁਸ਼ਟ ਰਹਿਣਾ ਸਿੱਖੋ। ਭਾਵੇਂ ਪੈਸੇ ਤੋਂ ਬਿਨਾਂ ਮਨੁੱਖ ਗਰੀਬ ਹੁੰਦਾ ਹੈ, ਪਰ ਅਜਿਹਾ ਅਮੀਰ ਵਧੇਰੇ ਗਰੀਬ ਹੈ ਜਿਸ ਕੋਲ ਧਨ ਹੈ ਤੇ ਸੰਤੁਸ਼ਟੀ ਨਹੀਂ। ਬਿਨਾਂ ਸੰਤੋਖ ਨਹੀਂ ਕੋਈ ਕਉ ਰਾਜ ਗੁਰਬਾਣੀ। ਸੰਤੁਸ਼ਟ ਆਦਮੀ ਕਦੇ ਗਰੀਬ ਤੇ ਅਸੰਤੁਸ਼ਟ ਕਦੇ ਅਮੀਰ ਨਹੀਂ। ਸੰਤੁਸ਼ਟਤਾ ਵਿੱਚ ਇੱਕ ਕੁਦਰਤੀ ਦੌਲਤ ਹੈ, ਅਯਾਸ਼ੀ ਨਕਲੀ ਗੁਰਬਤ। ਹਰ ਆਦਮੀ ਨੂੰ ਸੰਤੁਸ਼ਟ ਰਹਿਣਾ ਸਿੱਖਣਾ ਚਾਹੀਦਾ ਹੈ। ਅਸੰਤੁਸ਼ਟ ਹੋਣ ਦੀ ਕੋਈ ਮਾਕੂਲ ਵਜ੍ਹਾ ਹੋਣੀ ਚਾਹੀਦੀ ਹੈ। ਅਸੰਤੁਸ਼ਟ ਰਹਿਣ ਦਾ ਵੱਡਾ ਕਾਰਨ ਇੱਕ ਹੋ ਸਕਦਾ ਹੈ ਵੀ ਤੁਹਾਡੇ ਕਿਸੇ ਰਿਸ਼ਤੇਦਾਰ, ਮਿੱਤਰ, ਨੌਕਰ ਆਦਿ ਦਾ ਤੁਹਾਡੇ ਨਾਲ ਬੇਵਫਾ, ਬੇਈਮਾਨ ਜਾਂ ਅਕਿਰਤਘਨ ਹੋਣਾ। ਪਰ ਕੋਈ ਅਜਿਹੀ ਹਾਲਤ ਜਿਹਨੂੰ ਕਿ ਤੁਸੀਂ ਬਦਲ ਨਹੀਂ ਸਕਦੇ, ਉਹਦੇ ਕਾਰਨ ਅਸੰਤੁਸ਼ਟ ਰਹਿਣਾ ਸਰਾਸਰ ਗਲਤ। ਕਈ ਲੋਕ ਇਸ ਲਈ ਅਸੰਤੁਸ਼ਟ ਹੈ ਕਿ ਉਹਨਾਂ ਦੀਆਂ ਕੀਤੀਆਂ ਨੇਕੀਆਂ ਲਈ ਲੋਕ ਉਹਨਾਂ ਦਾ ਧੰਨਵਾਦ ਨਹੀਂ ਕਰਦੇ। ਜਦੋਂ ਕਿਸੇ ਮਨੁੱਖ ਦੀ ਆਰਥਿਕ ਜਾਂ ਕਿਸੇ ਹੋਰ ਤਰ੍ਹਾਂ ਨਾਲ ਸਹਾਇਤਾ ਕਰਦੇ ਆ ਤਾਂ ਉਹ ਇਸ ਆਸ ਵਿੱਚ ਬੈਠੇ ਰਹਿੰਦੇ ਹੈ ਕਿ ਉਹ ਮਨੁੱਖ ਹਮੇਸ਼ਾ ਲਈ ਉਹਨਾਂ ਦਾ ਸ਼ੁਕਰਗੁਜ਼ਾਰ ਰਹੇਗਾ। ਪਰ ਇਹ ਗੱਲ ਇੱਕ ਸਧਾਰਨ ਮਨੁੱਖ ਦੇ ਕੁਦਰਤੀ ਸੁਭਾਅ ਦੇ ਵਿਰੁੱਧ। ਅਮਰੀਕਾ ਦੇ ਕਰੋੜਪਤੀ ਤੇ ਮੋਟਰਾਂ ਦੇ ਬਾਦਸ਼ਾਹ ਹੈਨਰੀ ਫੋਰਡ ਨੇ ਆਪਣੇ ਬਹੁਤ ਸਾਰੇ ਰਿਸ਼ਤੇਦਾਰਾਂ ਤੇ ਮਿੱਤਰਾਂ ਦੀ ਲੱਖਾਂ ਰੁਪਇਆਂ ਨਾਲ ਮਦਦ ਕੀਤੀ। ਤੁਸੀਂ ਜਾਣ ਕੇ ਹੈਰਾਨ ਹੋਗੇ ਕਿ ਇਹਨਾਂ 'ਚੋਂ ਬਹੁਤ ਸਾਰੇ ਲੋਕ ਕੁਝ ਸਮੇਂ ਪਿੱਛੋਂ ਉਹਦੇ ਜਾਨੀ ਦੁਸ਼ਮਣ ਬਣ ਗਏ। ਇਸ ਲਈ ਸਾਨੂੰ ਚਾਹੀਦਾ ਅਸੀਂ ਕਿਸੇ ਨਾਲ ਨੇਕੀ ਕਰਕੇ ਉਸ ਵੱਲੋਂ ਧੰਨਵਾਦ ਦੀ ਆਸ ਨਾ ਰੱਖੀਏ। ਨੇਕੀ ਕਰਨ ਦੀ ਖਾਤਰ ਕਰੀਏ। ਨੇਕੀ ਆਪਣਾ ਸਿਲਾ ਤੇ ਬਦਲਾ ਆਪ ਹੈ। ਭਲਾਈ ਕਰਨ ਨਾਲ ਜੋ ਚੈਨ ਤੇ ਖੁਸ਼ੀ ਮਨ ਨੂੰ ਮਿਲਦੀ ਹੈ, ਉਹ ਚੈਨ ਦੀ ਖੁਸ਼ੀ ਲਈ ਭਲਾਈ ਕਰੀਏ। ਜੇ ਅਸੀਂ ਇੰਜ ਨਹੀਂ ਕਰਾਂਗੇ, ਚਿੰਤਾ ਰੋਗ ਦਾ ਸ਼ਿਕਾਰ ਹੋ ਜਾਵਾਂਗੇ। ਜੇ ਲੋਕ ਤੁਹਾਡੀਆਂ ਕੀਤੀਆਂ ਨੇਕੀਆਂ ਦੇ ਲਈ ਤੁਹਾਡਾ ਧੰਨਵਾਦ ਨਹੀਂ ਕਰਦੇ ਤਾਂ ਤੁਹਾਨੂੰ ਗੁੱਸੇ ਤੇ ਰੋਸ 'ਚ ਆ ਕੇ ਆਪਣੇ ਮਨ ਦਾ ਚੈਨ ਨਹੀਂ ਗਵਾ ਲੈਣਾ ਚਾਹੀਦਾ। ਇਸ ਬਾਰੇ ਐਲ ਕਰੈਨਮਰ ਦੇ ਹੇਠ ਲਿਖੇ ਸ਼ਬਦ ਸਾਨੂੰ ਸਦਾ ਯਾਦ ਰੱਖਣੇ ਚਾਹੀਦੇ ਹੈ। ਜੇ ਤੁਹਾਡੇ ਤੇ ਕੋਈ ਮਿਹਰਬਾਨੀ ਕਰਦਾ ਹੈ ਤਾਂ ਉਸ ਮਿਹਰਬਾਨੀ ਨੂੰ ਕਦੀ ਨਾ ਭੁੱਲੋ, ਪਰ ਜੇ ਤੁਸੀਂ ਕਿਸੇ ਨਾਲ ਭਲਾਈ ਕਰਦੇ ਹੋ ਤਾਂ ਉਸ ਭਲਾਈ ਨੂੰ ਬਿਲਕੁਲ ਮਨੋ ਵਸਾਰ। ਆਪਸ ਵਿੱਚ ਦੀ ਭਲਾਈ ਦੇ ਲਾਭ ਦਾ ਕਾਇਦਾ ਇਹ ਹੈ ਕਿ ਦੇਣ ਵਾਲਾ ਦੇ ਕੇ ਫੌਰਨ ਭੁੱਲ ਜਾਏ, ਲੈਣ ਵਾਲਾ ਕਦੇ ਨਾ ਭੁੱਲੇ। ਕਈ ਲੋਕ ਕੋਈ ਛੋਟੀ ਜਿਹੀ ਨੇਕੀ ਕਰਕੇ ਉਹਨੂੰ ਸਾਰੀ ਉਮਰ ਨਹੀਂ ਭੁੱਲਦੇ। ਜਿਹੜਾ ਵੀ ਮਿਲੇ ਉਸ ਅੱਗੇ ਆਪਣੀ ਕੀਤੀ ਨੇਕੀ ਦੂਜੇ ਵੱਲੋਂ ਨਾ ਸ਼ੁਕਰਗੁਜ਼ਾਰੀ ਦੇ ਰੋਣੇ ਰੋਂਦੇ ਰਹਿੰਦੇ ਆ। ਅਜਿਹੇ ਲੋਕਾਂ ਦੇ ਜੀਵਨ 'ਚ ਕਦੇ ਖੁਸ਼ੀ ਨਹੀਂ ਆਉਂਦੀ। ਚੇਤੇ ਰੱਖਣ ਵਾਲੀ ਗੱਲ ਇਹ ਹੈ ਕਿ ਮਨੁੱਖੀ ਸੁਭਾਅ ਦੇ ਅਨੁਸਾਰ ਇੱਕ ਸਧਾਰਨ ਆਦਮੀ ਧੰਨਵਾਦ ਕਰਨਾ ਭੁੱਲ ਜਾਂਦਾ ਹੈ। ਕਿਸੇ ਅਕਿਰਤਘਨ ਆਦਮੀ ਦੇ ਵਤੀਰੇ ਤੋਂ ਸਾਨੂੰ ਆਪਣੇ ਮਨ ਦਾ ਚੈਨ ਨਹੀਂ ਗਵਾ ਲੈਣਾ ਚਾਹੀਦਾ। ਪਰ ਚੰਗੀ ਗੱਲ ਕੀ ਹੈ? ਚੰਗੀ ਗੱਲ ਇਹ ਹੈ ਕਿ ਤੁਸੀਂ ਆਪ ਕਿਸੇ ਵੱਲੋਂ ਕੀਤੀ ਗਈ ਨੇਕੀ ਲਈ ਉਸ ਮਨੁੱਖ ਦਾ ਵੱਧ ਤੋਂ ਵੱਧ ਧੰਨਵਾਦ। ਹਰ ਵੇਲੇ ਬੇਸੰਤੋਖੇ ਰਹਿਣਾ ਨਰਕ 'ਚ ਰਹਿਣ ਦੇ ਬਰਾਬਰ ਹੈ। ਤੁਹਾਨੂੰ ਕਈ ਅਜਿਹੇ ਮਿਲੇ ਹੋਣਗੇ ਜਿਨ੍ਹਾਂ ਦੇ ਮਨ ਨੂੰ ਕਦੇ ਵੀ ਸੰਤੋਖ ਨਹੀਂ ਹੁੰਦਾ। ਉਹਨਾਂ ਨੂੰ ਹਰ ਮੌਸਮ ਭੈੜਾ ਲੱਗਦਾ ਹੈ। ਜੇ ਗਰਮੀ ਬਹੁਤੀ ਪਵੇ ਤਾਂ ਵੀ ਕੁਰਲਾਉਂਦੇ ਆ, ਜੇ ਠੰਡ ਬਹੁਤੀ ਹੋ ਜਾਏ ਤਾਂ ਠੁਰੂ ਠੁਰੂ ਕਰਦੇ ਆ। ਅਸੰਤੁਸ਼ਟ ਰਹਿਣ ਦੀ ਆਦਤ ਆਮ ਤੌਰ 'ਤੇ ਬਚਪਨ 'ਚ ਹੀ ਪੈ ਜਾਂਦੀ ਹੈ। ਇਹ ਆਦਤ ਜ਼ਿਆਦਾਤਰ ਬੱਚੇ ਆਪਣੇ ਮਾਤਾ ਪਿਤਾ ਤੋਂ ਹੀ ਸਿੱਖਦੇ ਆ। ਸਪੇਨ ਦਾ ਇੱਕ ਅਖਾਣ ਹੈ ਜਿਹਦਾ ਭਾਵ ਹੈ ਕਿ ਜੇ ਅਸੀਂ ਪਸੰਦ ਕਰਦੇ ਹਾਂ, ਜੋ ਅਸੀਂ ਪਸੰਦ ਕਰਦੇ ਹਾਂ ਉਹ ਸਾਨੂੰ ਨਹੀਂ ਮਿਲ ਸਕਦਾ, ਇਸ ਲਈ ਜੋ ਕੁਝ ਮਿਲਦਾ ਉਸੇ ਨੂੰ ਹੀ ਪਸੰਦ ਕਰ। ਕੀ ਇਹ ਅਖਾਣ ਭੁੱਲਣ ਦੇ ਯੋਗ ਹੈ? ਸੰਤੁਸ਼ਟਤਾ ਤੇ ਅਸੰਤੁਸ਼ਟਤਾ ਬਾਰੇ ਦੋ ਗੱਲਾਂ ਸਦਾ ਯਾਦ ਰੱਖੋ। ਪਹਿਲੀ, ਹਰ ਰੋਜ਼ ਦੇ ਕੰਮਕਾਰ 'ਚੋਂ ਅਸੰਤੁਸ਼ਟਤਾ ਨਾਲੋਂ ਸੰਤੁਸ਼ਟਤਾ ਪ੍ਰਾਪਤ ਕਰਨੀ ਬਹੁਤ ਸੌਖੀ ਹੈ। ਲੋੜ ਇਸ ਗੱਲ ਦੀ ਹੈ ਕਿ ਤੁਹਾਡੇ ਅੰਦਰ ਸੰਤੁਸ਼ਟ ਰਹਿਣ ਦੀ ਚਾਹ ਹੋਵੇ। ਸੰਤੁਸ਼ਟਤਾ ਬਾਰੇ ਕਿਸੇ ਬਜ਼ੁਰਗ ਦੇ ਕਈ ਹੇਠ ਲਿਖੇ ਸ਼ਬਦ ਜਗਤ ਪ੍ਰਸਿੱਧ ਹੈ। ਮੈਂ ਇੱਕ ਵਾਰ ਤੋਂ ਛੁੱਟ ਕਦੇ ਆਪਣੀ ਹਾਲਤ ਦੀ ਸ਼ਿਕਾਇਤ ਨਹੀਂ ਸੀ ਕੀਤੀ। ਉਦੋਂ ਸੀ ਜਦੋਂ ਕਿ ਮੈਂ ਪੈਰੋਂ ਨੰਗਾ ਸੀ ਤੇ ਮੇਰੇ ਕੋਲ ਜੁੱਤੀ ਖਰੀਦਣ ਲਈ ਪੈਸੇ ਨਹੀਂ ਸਨ, ਪਰ ਮੈਨੂੰ ਇੱਕ ਅਜਿਹਾ ਆਦਮੀ ਮਿਲਿਆ ਜਿਸ ਦੇ ਕਿ ਪੈਰ ਹੀ ਨਹੀਂ ਸਨ। ਮੇਰੇ ਮਨ ਨੂੰ ਸੰਤੋਖ ਆ ਗਿਆ। ਦੂਸਰਾ, ਮੈਨੂੰ
ਇਹ ਚਾਹੀਦਾ ਹੈ, ਮੈਨੂੰ ਉਹ ਚਾਹੀਦਾ ਹੈ ਵਾਲੇ ਵਿਚਾਰ ਛੱਡ ਦੇਣੇ ਚਾਹੀਦੇ ਆ। ਜਿਸ ਤਰ੍ਹਾਂ ਅਸੀਂ ਪਿੱਛੇ ਦੱਸ ਆਏ ਹਾਂ, ਸਾਨੂੰ ਆਪਣੇ ਜੀਵਨ ਨੂੰ ਸਾਦਾ ਬਣਾਉਣ ਦਾ ਯਤਨ ਕਰਨਾ ਚਾਹੀਦਾ। ਇੱਕ ਦਰਮਿਆਨੇ ਦਰਜੇ ਦਾ ਕੋਈ ਆਦਮੀ ਸੀ। ਸਭ ਤੋਂ ਪਹਿਲਾਂ ਉਹਦਾ ਦਿਲ ਇੱਕ ਬੜਾ ਵਧੀਆ ਤੇ ਮਹਿੰਗਾ ਕੈਮਰਾ ਲੈਣ ਨੂੰ ਕੀਤਾ। ਉਹ ਕੈਮਰਾ ਖਰੀਦਣ ਜੋਗਾ ਤਾਂ ਨਹੀਂ ਸੀ, ਪਰ ਉਹਨੇ ਖਰੀਦ ਹੀ ਲਿਆ। ਫਿਰ ਉਹਦਾ ਦਿਲ ਕੀਤਾ ਪ੍ਰੋਜੈਕਟਰ ਲਵਾਂ। ਇਹਦੇ ਖਰੀਦਣ ਵਾਸਤੇ ਵੀ ਉਸ ਕੋਲ ਪੈਸੇ ਨਹੀਂ ਸੀ, ਪਰ ਉਹਨੇ ਇਹ ਵੀ ਕਿਸੇ ਤਰ੍ਹਾਂ ਖਰੀਦ ਹੀ ਲਿਆ। ਫਿਰ ਉਹਦਾ ਦਿਲ ਕੀਤਾ ਕੂਲਰ ਲਵਾਂ। ਕੂਲਰ ਖਰੀਦਣਾ ਉਹਦੀ ਵਿੱਤ ਤੋਂ ਬਿਲਕੁਲ ਬਾਹਰ ਸੀ, ਪਰ ਉਹਨੇ ਇਹ ਵੀ ਖਰੀਦ ਲਿਆ। ਇਹਦਾ ਨਤੀਜਾ ਇਹ ਨਿਕਲਿਆ ਕਿ ਉਹਦੇ ਟੱਬਰ ਦੀਆਂ ਨਿੱਤ ਦੀਆਂ ਲੋੜਾਂ ਵਿੱਚ ਥੋੜ੍ਹਾਂ ਪੈਣ ਲੱਗ ਪਈਆਂ। ਹੁਣ ਉਹ ਘਰ ਦੀਆਂ ਜ਼ਰੂਰਤਾਂ ਵੀ ਪੂਰੀਆਂ ਨਹੀਂ ਸੀ ਕਰ ਸਕਦਾ। ਉਹਦੇ ਮਨ ਨੂੰ ਕਦੇ ਵੀ ਸ਼ਾਂਤੀ ਨਹੀਂ ਸੀ ਆਉਂਦੀ। ਇਹਨਾਂ ਸਭ ਚੀਜ਼ਾਂ ਦੇ ਮਿਲ ਜਾਣ 'ਤੇ ਵੀ ਉਹ ਬੜਾ ਅਸੰਤੁਸ਼ਟ ਤੇ ਪਰੇਸ਼ਾਨ ਸੀ। ਇਸ ਆਦਮੀ ਲਈ ਠੀਕ ਗੱਲ ਇਹ ਸੀ ਕਿ ਉਹਨਾਂ ਚੀਜ਼ਾਂ ਵਿੱਚੋਂ ਖੁਸ਼ੀ ਪ੍ਰਾਪਤ ਕਰਨ ਦਾ ਯਤਨ ਕਰਦਾ ਜਿਹੜੀਆਂ ਕਿ ਉਹਨੂੰ ਸੁਖਾਲੀ ਮਿਲ ਸਕਦੀਆਂ ਸੀ, ਪਰ ਉਹ ਇਸ ਗੱਲ ਤੋਂ ਐਨ ਉਲਟ ਚੱਲ ਰਿਹਾ ਸੀ। ਇਹਦਾ ਕਾਰਨ ਉਹਨੂੰ ਬਚਪਨ 'ਚ ਠੀਕ ਸਿੱਖਿਆ ਨਾ ਮਿਲਣਾ ਸੀ। ਉਹਨੂੰ ਕਿਸੇ ਨੇ ਵੀ ਘੱਟ ਪੈਸੇ ਜਾਂ ਬਿਲਕੁਲ ਖਰਚ ਨਾ ਕਰਕੇ ਖੁਸ਼ੀ ਪ੍ਰਾਪਤ ਕਰਨ ਦਾ ਵੱਲ ਨਹੀਂ ਸਿਖਾਇਆ ਸੀ। ਪੰਜਾਬ ਦਾ ਇੱਕ ਸਧਾਰਨ ਪਰ ਕੀਮਤੀ ਅਖਾਣ ਹੈ, ਆਪਣੀ ਚਾਦਰ ਵੇਖ ਕੇ ਪੈਰ ਪਸਾਰੋ। ਕੰਟੈਂਟਮੈਂਟ ਮਤਲਬ ਸੰਤੋਖ ਮਨੁੱਖ ਦੀ ਇੱਕ ਬੜੀ ਵੱਡੀ ਤਾਕਤ ਹੈ ਤੇ ਦੌਲਤ ਹੈ। ਸੰਤੋਖ ਦਾ ਇੱਕ ਵੱਡਾ ਲਾਭ ਇਹ ਹੈ ਕਿ ਮਨੁੱਖ ਨੂੰ ਖੁਦ ਗਰਜ਼ ਬਣਨ ਤੋਂ ਰੋਕਦਾ ਹੈ। ਈਰਖਾ ਦੇ ਵਿਚਾਰਾਂ ਨੂੰ ਪੈਦਾ ਨਹੀਂ ਹੋਣ, ਕਿਉਂਕਿ ਆਦਮੀ ਆਪਣੀ ਹਾਲਤ 'ਤੇ ਸੰਤੁਸ਼ਟ ਹੁੰਦਾ ਹੈ, ਇਸ ਲਈ ਉਹ ਕਿਸੇ ਨਾਲ ਈਰਖਾ ਨਹੀਂ। ਐਡੀਸਨ ਆਖਦਾ ਹੈ, ਸੰਤੁਸ਼ਟਤਾ ਜੇ ਤੁਹਾਨੂੰ ਧਨ ਦੌਲਤ ਪੈਦਾ ਕਰਕੇ ਨਹੀਂ ਦਿੰਦੀ ਤੇ ਤੁਹਾਡੀ ਧਨ ਦੌਲਤ ਪ੍ਰਾਪਤ ਕਰਨ ਦੀ ਇੱਛਾ ਨੂੰ ਰੋਕ ਕੇ ਧਨ ਦੌਲਤ ਦਾ ਕੰਮ ਪੂਰਾ ਕਰ। ਬਾਬਾ ਫਰੀਦ ਦਾ ਇੱਕ ਸ਼ਲੋਕ ਪੰਜਾਬੀ ਦਾ ਪ੍ਰਸਿੱਧ ਅਖਾਣ ਬਣ ਗਿਆ, ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ, ਦੇ ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਈ। ਪ੍ਰਸਿੱਧ ਫਿਲਾਸਫਰ ਸ਼ੋਪਨਹਾਰ ਆਖਦੇ ਆ ਕਿ ਜੋ ਕੁਝ ਸਾਡੇ ਕੋਲ ਹੁੰਦਾ ਉਸ ਵੱਲ ਅਸੀਂ ਧਿਆਨ ਨਹੀਂ ਦਿੰਦੇ, ਜੋ ਕੁਝ ਕੋਲ ਨਹੀਂ ਹੁੰਦਾ ਉਸ ਬਾਰੇ ਅਸੀਂ ਹਰ ਵੇਲੇ ਸੋਚਦੇ ਰਹਿੰਦੇ। ਇਪੀਕਟੀਟਸ ਦਾ ਕਥਨ ਹੈ ਕਿ ਸਿਆਣਾ ਆਦਮੀ ਉਹਨਾਂ ਚੀਜ਼ਾਂ ਦੇ ਲਈ ਨਹੀਂ ਝੂਰਦਾ, ਉਹਨਾਂ ਚੀਜ਼ਾਂ ਲਈ ਨਹੀਂ ਝੂਰਦਾ ਜਿਹੜੀਆਂ ਉਹਦੇ ਪਾਸ ਹੈ, ਤੇ ਜਿਹੜੀਆਂ ਉਹਦੇ ਪਾਸ ਹਨ ਉਹਨਾਂ ਵਿੱਚੋਂ ਹੀ ਉਹ ਆਨੰਦ ਲੈਂਦਾ। ਐਰਸਕਾਈਨ ਮੈਨਸਨ ਆਖਦੀ ਹੈ ਕਿ ਜੋ ਕੁਝ ਤੁਹਾਡੇ ਪਾਸ ਹੈ ਉਸ ਲਈ ਰੱਬ ਦਾ ਧੰਨਵਾਦ ਕਰੋ, ਜੋ ਕੁਝ ਤੁਸੀਂ ਹੋਰ ਲੈਣਾ ਚਾਹੁੰਦੇ ਹੋ ਉਸ ਲਈ ਰੱਬ 'ਤੇ ਭਰੋਸਾ ਰੱਖੋ। ਸਾਡੇ ਮਨ ਦੀ ਸ਼ਾਂਤੀ ਇਸ ਗੱਲ 'ਤੇ ਨਿਰਭਰ ਨਹੀਂ ਕਿ ਅਸੀਂ ਕੀ ਹਾਂ, ਕਿੱਥੇ ਰਹਿੰਦੇ ਹਾਂ ਜਾਂ ਸਾਡੇ ਕੋਲ ਕਿੰਨਾ ਪੈਸਾ ਹੈ। ਇਹ ਕੇਵਲ ਸਾਡੇ ਆਪਣੇ ਵਿਚਾਰਾਂ 'ਤੇ ਨਿਰਭਰ ਹੈ। ਜਿਹੋ ਜਿਹੇ ਕਿਸੇ ਮਨੁੱਖ ਦੇ ਵਿਚਾਰ ਹੁੰਦੇ ਆ ਉਹੋ ਜਿਹਾ ਉਹਦਾ ਜੀਵਨ ਹੁੰਦਾ। ਖੁਸ਼ੀ ਬਹੁਤੇ ਧਨ ਜਾਂ ਦੌਲਤ 'ਚ ਨਹੀਂ, ਜੋ ਕੁਝ ਸਾਡੇ ਕੋਲ ਹੈ ਉਹਦੇ ਅਨੁਸਾਰ ਸੰਤੁਸ਼ਟ ਰਹਿਣ ਵਿੱਚ ਹੈ। ਪੈਸਾ ਕੇਵਲ ਤਨ ਸੁੱਖ ਦੀਆਂ ਚੀਜ਼ਾਂ ਦਿੰਦਾ ਹੈ, ਮਨ ਸੁੱਖ ਪੈਸੇ ਨਾਲ ਪ੍ਰਾਪਤ ਨਹੀਂ। ਰਾਜਿਆਂ ਮਹਾਰਾਜਿਆਂ ਪਾਸ ਬੇਅੰਤ ਧਨ ਦੌਲਤ ਤੇ ਹੀਰੇ ਜਵਾਹਰਾਤ ਹੁੰਦੇ ਆ, ਪਰ ਇਹਨਾਂ ਸਭ ਚੀਜ਼ਾਂ ਦੇ ਹੁੰਦਿਆਂ ਹੋਇਆਂ ਵੀ ਉਹਨਾਂ ਨੂੰ ਮਨ ਸੁੱਖ ਨਹੀਂ ਮਿਲਦਾ। ਅੰਗਰੇਜ਼ੀ ਦਾ ਇੱਕ ਪ੍ਰਸਿੱਧ ਅਖਾਣ ਦਾ ਭਾਵ ਹੈ, ਉਹ ਸਿਰ ਸਦਾ ਬੇਚੈਨ ਰਹਿੰਦਾ ਜਿਸ ਉੱਤੇ ਤਾਜ ਹੁੰਦਾ। ਅਨਈਜ਼ੀ ਲਾਈਜ਼ ਦਾ ਹੈਡ ਦੈਟ ਵੇਅਰਸ ਅ ਕਰਾਊਨ। ਸੰਤੁਸ਼ਟ ਰਹਿਣ ਨਾਲ ਮਨੁੱਖ ਦਾ ਜੀਵਨ ਸੁਖੀ ਤੇ ਆਨੰਦਮਈ ਬਣ। ਉਰਦੂ ਦੇ ਮਸ਼ਹੂਰ ਸ਼ਾਇਰ ਨਜ਼ੀਰ ਅਕਬਰ ਆਬਾਦੀ ਦਾ ਮਸ਼ਹੂਰ ਸ਼ੇਅਰ ਹੈ, ਰਾਜ਼ੀ ਹਮ ਉसी में जिसमें तेरी रज़ा, या यूं भी वाह वाह है और वो भी वाह वाह है। ਸੰਤੁਸ਼ਟਤਾ ਤੇ ਅਸੰਤੁਸ਼ਟਤਾ ਮਨ ਦੀਆਂ ਦੋ ਅਵਸਥਾਵਾਂ ਹੈ। ਇਹਨਾਂ ਦਾ ਸੰਬੰਧ ਬਾਹਰ ਦੀਆਂ ਵਸਤੂਆਂ ਨਾਲ ਨਹੀਂ, ਤੁਹਾਡੇ ਅੰਦਰ ਨਾਲ ਹੈ। ਕਈ ਲੋਕ ਹਰ ਚੀਜ਼ ਦੇ ਹੁੰਦਿਆਂ ਸੁਣਦਿਆਂ ਵੀ ਪ੍ਰਸੰਨ ਨਹੀਂ ਰਹਿੰਦੇ। ਉਹਨਾਂ ਪਾਸ ਧਨ ਹੁੰਦਾ ਪਰ ਉਹਨਾਂ ਨੂੰ ਹੋਰ ਵਧੇਰੇ ਧਨ ਦੀ ਚਾਹ ਰਹਿੰਦੀ ਹੈ। ਇਹ ਥੋੜ੍ਹ ਉਹਨਾਂ ਨੂੰ ਗਰੀਬ ਬਣਾਈ ਰੱਖਦੀ ਹੈ। ਇਸ ਤਰ੍ਹਾਂ ਸਭ ਕੁਝ ਕੋਲ ਹੋਣ ਦੇ ਬਾਵਜੂਦ ਉਹ ਗਰੀਬ ਤੇ ਅਸੰਤੁਸ਼ਟ ਰਹਿੰਦੇ। ਧੰਨਵਾਦ।